ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਕਿਸਾਨੀ ਅੰਦੋਲਨ ਦੇ ਦੌਰਾਨ ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਸਾਹਮਣੇ ਆਈਆਂ, ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ, ਹੁਣ ਅੱਗੇ ਦੇ ਬਾਰੇ ਗੱਲਬਾਤ ਹੋ ਰਹੀ ਹੈ। ਜਿਵੇਂ ਕਿਸਾਨਾਂ ਨੇ ਭੁੱਖ ਹੜਤਾਲ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਗਾਂਧੀਗਿਰੀ ਤੇ ਉਤਰ ਆਏ ਨੇ ਕਿ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਹੈ। ਕਈ ਲੋਕ ਇਹ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਭਗਤ ਸਿੰਘ ਦੀ ਸੋਚ ਵੀ ਨਾਲੋਂ ਨਾਲ ਰੱਖਣੀ ਚਾਹੀਦੀ ਹੈ, ਜਿਹਦੇ ਨਾਲ ਜਿਹੜਾ ਸਰਕਾਰ ਤੇ ਪ੍ਰੈਸ਼ਰ ਬਣਿਆ ਰਹੇ। ਭਗਤ ਸਿੰਘ ਦੀ ਸੋਚ ਕੀ ਸੀ ਆਖਿਰਕਾਰ, ਉਹਦੇ ਉੱਤੇ ਗੱਲਬਾਤ ਕਰਾਂਗੇ। ਤੇ ਅੰਦੋਲਨ ਦੇ ਵਿਚਾਲੇ ਜੋ ਕੁਝ ਹੋ ਰਿਹਾ ਹੈ, ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ, ਤਾਂ ਉਸ ਨਾਲ ਕਿਸਾਨ ਕਿਸ ਤਰ੍ਹਾਂ ਨਜਿੱਠਦੇ ਨੇ, ਕਿਵੇਂ ਅੱਗੇ ਅੰਦੋਲਨ ਨੂੰ ਹੋਰ ਤਾਕਤ ਦਿੱਤੀ ਜਾ ਸਕਦੀ ਹੈ। ਸਰਕਾਰ ਵੀ ਹੁਣ ਗੱਲਬਾਤ ਦੇ ਲਈ ਫਿਰ, ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਗੱਲਬਾਤ ਦੇ ਲਈ ਹਮੇਸ਼ਾ ਤਿਆਰ ਆ। ਏਜੰਡਾ ਦਿੱਤਾ ਗਿਆ ਕਿਸਾਨਾਂ ਨੂੰ, ਉਹਦੇ ਉੱਤੇ ਗੱਲਬਾਤ ਕਰਨ ਕੀ ਅੱਗੇ ਕਰਨੀ ਹੈ, ਕਿਸ ਤਰ੍ਹਾਂ ਅੱਗੇ ਕਿਸਾਨ ਹੁਣ ਆਪਣਾ ਏਜੰਡਾ ਰੱਖਣ, ਉਸ ਸਭ ਦੇ ਉੱਤੇ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕ ਰਾਣ ਚੈਨਲ ਪੰਜਾਬੀ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਥੋੜਾ ਜਿਹਾ ਇਸ ਚੀਜ਼ ਨੂੰ ਸਮਝਾਓ ਕਿ ਇੱਕ ਪਾਸੇ ਗਾਂਧੀਗਿਰੀ, ਦੂਜੇ ਪਾਸੇ ਕਹਿੰਦੇ ਕਿ ਭਗਤ ਸਿੰਘ ਦੀ ਸੋਚ ਅਪਣਾਓ। ਗਾਂਧੀਗਿਰੀ ਦੱਸ ਦਿਓ ਕੀ ਹੈ ਤੇ ਭਗਤ ਸਿੰਘ ਦੀ ਸੋਚ ਕੀ ਸੀ। ਅਸਲ 'ਚ ਇਹ ਸਵਾਲ ਹੀ ਬੜਾ ਬਾਈਨਰੀ ਬਣਾ ਕੇ ਪੇਸ਼ ਕਰਿਆ ਜਾ ਰਿਹਾ ਹੈ, ਜਿਵੇਂ ਲੋਕਾਂ ਵੱਲੋਂ ਗਾਂਧੀਗਿਰੀ, ਨਾਨ ਵਾਇਲੈਂਸ ਨੂੰ ਗਾਂਧੀਗਿਰੀ ਕਦੀ ਕਹਿਣਾ, ਤੇ ਭਗਤ ਸਿੰਘ ਦੀ ਜਿਹੜੀ ਟੋਟਲ ਮੂਵਮੈਂਟ ਹੈ, ਟੋਟਲ ਉਹਦਾ ਇੱਕ ਪ੍ਰਿਪੇਖ ਹੈ, ਉਹਦਾ ਟੋਟਲ ਫਲਸਫਾ ਭਗਤ ਸਿੰਘ ਦਾ, ਜਿਹਨੇ ਉਹਨੂੰ ਪੜ੍ਹ ਲਿਆ, ਉਹ ਭਗਤ ਸਿੰਘ ਦਾ ਜਿਹੜਾ ਫਲਸਫਾ ਉਹ ਵੀ ਇੱਕ ਸਟੇਟ ਨਾਲ ਟੱਕਰਦਾ ਹੈ। ਜਿਹੜਾ ਗਾਂਧੀ ਜੀ ਦਾ ਫਲਸਫਾ ਉਹ ਵੀ ਸਟੇਟ ਨਾਲ ਟੱਕਰਦਾ ਹੈ। ਔਰ ਭਗਤ ਸਿੰਘ ਨੇ ਕਿਤੇ ਇਹ ਨਹੀਂ ਕਿਹਾ ਵੀ ਕੋਈ ਬੰਬ ਚਲਾਇਆ ਹੈ, ਸਾਂਡਰਸ ਨੂੰ ਮਾਰਿਆ ਹੈ, ਬਚਪਨ 'ਚ ਕਿਹਾ ਬੰਦੂਕਾਂ ਵੀ ਜਾਂ, ਕਿਉਂਕਿ ਜਿਹੋ ਜਿਹਾ ਭਗਤ ਸਿੰਘ ਗਰੋ ਕਰਦਾ, ਜਦੋਂ ਭਗਤ ਸਿੰਘ ਗਰੋ ਕਰਦਾ ਹੈ, ਉਹ ਇੰਨਾ ਵਿਦਵਾਨ ਬਣਦਾ ਹੈ ਕਿ ਜਦ ਉਸ ਨੂੰ ਫਾਂਸੀ ਦੇ ਰੱਸੇ ਤੇ ਚੜਾਉਣ ਵਾਸਤੇ ਲੈਣ ਆਉਂਦਾ ਹੈ, ਉਹ ਕਿਤਾਬ ਪੜ੍ਹ ਰਿਹਾ ਹੈ, ਕਹਿੰਦਾ ਯਾਰ ਮੈਂ ਆਪਣੇ ਮਿੱਤਰ ਨਾਲ ਜਿਹੜਾ ਲਾਸਟ ਗੱਲ ਕਰਨਾ, ਵਰਕਾ ਮੁੜ ਕੇ ਜਾਂਦਾ, ਉਹਨੂੰ ਪਤਾ ਮੈਂ ਮੁੜ ਕੇ ਨਹੀਂ ਆਣਾ, ਚਲੋ ਕੋਈ ਤਾਂ ਕਿਤਾਬ ਪੜ੍ਹੂਏ। ਸੋ ਭਗਤ ਸਿੰਘ ਬਹੁਤ ਵੱਡਾ ਵਿਦਵਾਨ ਸੀ, ਗਾਂਧੀ ਜੀ ਵੀ ਬਹੁਤ ਵੱਡੇ ਵਿਦਵਾਨ ਸੀਗੇ। ਤੇ ਉਹਦੇ ਵਿੱਚ ਕੀ ਹੈ, ਫਰਕ ਕਿੱਥੇ ਹੈ ਕਿ ਅੱਜ ਜਿਹੜੀ ਲੜਾਈ ਹੈ ਤੇ ਉਦੋਂ ਲੜਾਈ 'ਚ, ਪਹਿਲੀ ਗੱਲ ਤਾਂ ਦੋਹਾਂ ਲੜਾਈਆਂ ਦਾ ਹੀ ਫਰਕ ਹੈ। ਜਿਹੜੀ ਆਜ਼ਾਦੀ ਦੀ ਲੜਾਈ ਸੀ, ਇੱਕ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਸੀ। ਇਹ ਜਿਹੜੀ ਲੜਾਈ ਹੈ, ਇਹ ਸਟੇਟ ਦੇ ਨਾਲ ਇੱਕ ਬਿਨਾਂ ਨੂੰ ਵਾਪਸ ਕਰਾਉਣ ਦੀ ਤੇ ਆਪਦੇ ਆਰਥਿਕ ਜਿਹੜੀਆਂ ਸਾਡੀ ਹੋਂਦ ਦੀ ਲੜਾਈ ਹੈ ਕਿ ਸਾਨੂੰ ਜਿੰਦੇ ਰਹਿਣ ਦਿਓ। ਰਾਜ ਨਹੀਂ ਖੋ ਰਹੇ ਅਸੀਂ ਇੱਥੇ, ਰਾਜ ਨਹੀਂ ਬਦਲ ਰਹੇ ਉਹਨਾਂ ਦਾ। ਪਹਿਲਾਂ ਆ ਜਿਹੜੀ ਲੜਾਈ ਹੈ ਕਿਸਾਨੀ ਦੀ, ਕੱਲ ਨੂੰ ਇਹ ਬਦਲਾਅ ਦੇ ਵਿੱਚ ਆ ਜਾਏ, ਵੱਖਰੀ ਗੱਲ ਹੈ। ਸੋ ਜਦ ਤੁਸੀਂ ਅੱਜ ਇਸ ਲੜਾਈ ਦੇ ਵਿੱਚ ਜਿਹੜਾ ਵੀ ਕਹਿੰਦਾ ਹੈ, ਮੰਨ ਲਓ ਕਹਿੰਦਾ ਵੀ ਤੁਸੀਂ ਜੀ ਸਰਕਾਰ ਤੇ ਦਬਾਅ ਕਿਵੇਂ ਪਾਓਗੇ, ਆ ਦਬਾਅ ਪਾਉਣ ਦੀ ਗੱਲ ਕਰੀ ਸੀ ਵੀ ਅਸੀਂ ਚੰਗਾ ਜੀ ਅਸੀਂ ਆਪਦਾ ਝੰਡਾ ਚੜਾਤਾ, ਕਿੱਥੇ ਗਈ ਇੱਕ ਦਿਨ 'ਚ ਮੂਵਮੈਂਟ, ਕਿੱਥੋਂ ਤੋਂ ਕਿੱਥੇ ਗਈ, ਸਾਰੀ ਦੁਨੀਆ 'ਚ ਬੇਇੱਜ਼ਤੀ ਹੋਈ। ਹੁਣ ਜਿਹੜੇ ਬੰਦੇ ਗਰਮ ਕਰਕੇ ਗੱਲ ਕਰਦੇ ਸੀ, ਜੇ ਕਿਤੇ 26 ਤਰੀਕ ਨੂੰ ਇਹ, ਮੈਂ ਤਾਂ ਇਹਨੂੰ ਕਰਤੂਤ ਹੀ ਕਹਾਂਗਾ, ਇਹ ਨਾ ਕਰਦੇ ਤਾਂ ਦੁਨੀਆ ਦੇ ਵਿੱਚ ਐਡੀ ਵੱਡੀ ਇਹਦੀ ਪ੍ਰੋਜੈਕਸ਼ਨ ਹੋਣੀ ਸੀ ਸ਼ਾਂਤਮਈ ਮਾਰਚ ਦੀ, ਕਿ ਰਾਤ ਨੂੰ ਬਿੱਲ ਵਾਪਸ ਹੁੰਦੇ, ਰਾਤ ਨੂੰ ਕਾਨੂੰਨ ਵਾਪਸ ਹੋਣੇ ਸੀ। ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਇਹ ਉਹ ਬੰਦੇ ਤਾਂ ਜਿਹੜੇ ਕੁਛ ਤਾਂ ਜਾਣਬੁੱਝ ਕੇ ਏਜੰਟ ਬਣੇ ਹੋਏ ਨੇ, ਕੁਛ ਨੂੰ ਗਰਮ ਕਰਕੇ ਲੈ ਗਏ, ਕੁਛ ਨੂੰ ਮਿਸਗਾਈਡ ਕਰਕੇ ਲੈ ਗਏ, ਠੀਕ ਹੈ, ਤੇ ਕੁਛ ਨੂੰ ਉੱਦਾਂ ਕੋਈ ਮਤਲਬ ਵੀ ਉੱਧਰ ਨਹੀਂ ਉੱਧਰ ਜਾਣਾ, ਰਸਤੇ ਬੰਦ ਕਰਕੇ ਲੈ ਗਏ। ਕੋਈ ਐ ਨਹੀਂ ਹੈ ਵੀ ਬੰਦੇ ਵਿਲਿੰਗਲੀ ਗਏ ਨੇ, ਬੰਦਿਆਂ ਨੂੰ ਕੁਛ ਬੰਦਿਆਂ ਨੇ ਮੈਨੇਜ ਕਰਿਆ। ਵਾਈਟ ਚਿੱਟੇ ਕੱਪੜਿਆਂ 'ਚ ਪੁਲਿਸ ਭੇਜੀ ਹੋਈ ਸੀ ਇਹਨਾਂ ਨੇ, ਉਹ ਗਲਤ ਪਾਸੇ ਭੇਜਦੀ ਰਹੀ, ਜਿੱਦ ਜਾਣਾ ਸੀ ਉਹ ਰਸਤੇ ਬੰਦ ਸੀ। ਪਹਿਲੀ ਗੱਲ ਤਾਂ ਇਹ ਮੰਨ ਕੇ ਚੱਲੀਏ। ਦੂਜੀ ਗੱਲ, ਕੋਈ ਵਾਇਲੈਂਸ ਨਹੀਂ ਕਰੀ, ਈਵਨ ਜਿਹੜੇ ਲਾਲ ਕਿਲੇ ਵੱਲ ਗਏ ਨੇ, ਕੋਈ ਸਬੂਤ ਦੇਵੇ। ਹੁਣ ਜੇ ਗੱਤਕਾ ਖੇਡਦਾ ਕੋਈ ਨਿਹੰਗ, ਉਹਨੂੰ ਤੁਸੀਂ ਕਹੋ ਜੀ ਤਾਂ ਤਲਵਾਰ ਨਾਲ ਬੰਦਾ ਮਾਰ ਰਿਹਾ, ਕੋਈ ਔਰਤ ਨੂੰ ਕੋਈ ਮਾਰ ਰਹੀ ਹੈ ਪੁਲਿਸ, ਉਹਨੂੰ ਇੱਕ ਬੰਦਾ ਫੜ ਕੇ ਬਚਾ ਕੇ ਲਿਜਾ ਰਿਹਾ, ਉਹਦੇ ਹੱਥ 'ਚ ਤਲਵਾਰ ਵੀ ਫੜੀ, ਉਹ ਕਹਿੰਦੇ ਤਾਂ ਔਰਤ ਨੂੰ ਤਲਵਾਰ ਮਾਰ ਰਿਹਾ, ਉਹ ਬਚਾ ਰਿਹਾ ਉਸ ਤਲਵਾਰ ਨਾਲ। ਤਲਵਾਰ ਤਾਂ ਦੋਨੇ ਕੰਮ ਕਰ ਸਕਦੀ ਹੈ ਨਾ, ਤਲਵਾਰ ਬਚਾ ਵੀ ਸਕਦੀ ਹੈ ਤੇ ਮਾਰ ਵੀ ਸਕਦੀ ਹੈ। ਇਹਨਾਂ ਨੇ ਆਪਦਾ ਮਾਰਨ, ਕਿਉਂਕਿ ਇਹਦਾ ਇੰਟਰਪ੍ਰੀਟੇਸ਼ਨ ਸੀ। ਸੋ ਸਟੇਟ ਹਾਰੀ ਹੋਈ ਸੀ, ਸਟੇਟ ਦੀ ਬੂਥ ਲੱਗੀ ਪਈ ਸੀ। ਸੁਪਰੀਮ ਕੋਰਟ ਨੇ ਕਹਿਤਾ ਵੀ ਇਹ ਸ਼ਾਂਤ ਭਈਆ, ਅਸੀਂ ਨਹੀਂ ਹਟਾਉਂਦੇ। ਫਿਰ ਉਹਨਾਂ ਨੇ ਪੁਲਿਸ ਨੂੰ ਕਹਿੰਦੇ ਤੁਸੀਂ ਆਪੇ ਕਰੋ, ਅਸੀਂ ਨਹੀਂ ਕਹਿੰਦੇ ਤੁਹਾਨੂੰ ਵੀ ਮਾਰੋ ਡਾਂਗ। ਉਹ ਤੋਂ ਰਿਫਿਊਜ਼ ਕਰਤਾ, 2 ਵਾਰੀ ਪੇਸ਼ੀਆਂ ਪਈਆਂ। ਇਹਨਾਂ ਨੇ ਆਖਿਆ ਵੀ ਇਹਨਾਂ 'ਚ ਅੱਤਵਾਦੀ ਆਏ ਹੋਏ ਨੇ, ਵੱਖਵਾਦੀ ਆਏ ਹੋਏ ਨੇ, 2020 ਵਾਲੇ ਆਏ ਹੋਏ ਨੇ। ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਤਾ ਵੀ ਚੰਗਾ ਦੇ ਸਬੂਤ ਦਿਓ। ਇਹ ਸਬੂਤ ਇਕੱਠੇ ਕਰਨੇ ਸੀ ਇਹਨਾਂ ਨੇ, ਸਬੂਤ ਇਕੱਠੇ ਕਰਨੇ ਸੀ, ਅੰਦੋਲਨ ਨੂੰ ਸ਼ਾਂਤਮਈ ਤੋਂ ਤੋੜਨਾ ਸੀ, ਤਾਂ ਕਿ ਦੁਨੀਆ ਦੇ ਵਿੱਚ, ਦੁਨੀਆ 'ਚ ਅੰਦੋਲਨ ਦੀ ਅੱਜ ਹੁਣ ਤਾਂ ਦੁਬਾਰਾ ਖੜਾ ਹੋ ਗਿਆ ਨਾ। 26 ਤਰੀਕ ਦੀ ਹਾਲਤ ਦੱਸੋ ਤੁਹਾਨੂੰ ਕੀ ਸੀ? ਦੁਨੀਆ ਰੋਣ ਲੱਗੀ ਸੀ। ਜਿਹੜੇ ਸਧਾਰਨ ਬੰਦੇ ਨਾਲ ਜੁੜੇ ਹੋਏ ਸੀ, ਦੁਨੀਆ ਤਾਂ ਰੱਬ ਰੱਬ ਕਰਦੀ ਸੀ ਵੀ ਯਾਰ ਇਹ ਹੁਣ ਬਸ ਹੁਣ ਠੀਕ ਹੈ। ਲੋਕ ਜਿਹੜੇ ਸਧਾਰਨ ਬੰਦੇ ਸੀ,
ਇਸ ਅੰਦੋਲਨ ਨਾਲ ਇੰਨੇ ਜਨਮਾਨਸ ਜੁੜ ਗਿਆ ਸੀ, ਦਿੱਲੀ ਦਾ ਵੀ। ਉਹ ਕਹਿੰਦੇ ਜਿਹੜੇ ਤਾਂ ਬੰਦੇ ਹੀ ਨਹੀਂ, ਇੰਨੇ ਬੰਦੇ ਇਹ ਜਿਹੇ ਚੰਗੇ, ਕਿਉਂਕਿ ਆਪਣੀ ਅੱਜ ਲੜਾਈ ਕਿਸੇ ਮੁੱਦੇ ਤੇ ਆਏ, ਆਪਣੀ ਲੜਾਈ ਸਟੇਟ ਤੇ ਕਬਜ਼ਾ ਕਰਨ ਦੀ ਨਹੀਂ, ਪਹਿਲੀ ਗੱਲ। ਦੂਜੀ ਗੱਲ, ਜੇ ਸਟੇਟ ਤੇ ਕਬਜ਼ਾ ਕਰਨਾ ਹੋਵੇ, ਇੰਡੀਅਨ ਸਟੇਟ ਇੰਨੀ ਕਮਜ਼ੋਰ ਨਹੀਂ ਹੈ। ਜੇ ਕੋਈ ਇਹ ਭੁਲੇਖਾ ਸਮਝ ਲਏ ਨਾ, ਇਹ ਐਂ ਕਰਨ, ਇਹ 20 ਟੈਂਕ ਲੈ ਲੈਣ, 20 ਟੈਂਕ ਲੈ ਲੈਣ, 20 ਲੈ ਲੈਣ ਬੰਬਰ ਜਹਾਜ਼, ਫਿਰ ਇੰਡੀਅਨ ਸਟੇਟ ਨੂੰ ਹਰਾ ਕੇ ਦਿਖਾ ਦੇਣਾ। ਇਹ ਐਵੇਂ ਨਹੀਂ ਹੈ ਵੀ ਉਹ 4 ਕਿਰਪਾਨਾਂ ਲੈ ਕੇ, 4 ਡੰਡੇ ਲੈ ਕੇ। ਇਹ ਬਚਕਣਾ ਆਦਤਾਂ ਹੁੰਦੀਆਂ ਨੇ, ਜਿਹਨੂੰ ਪਤਾ ਨਹੀਂ। ਦੋ ਹੀ ਤਰ੍ਹਾਂ ਦੇ ਬੰਦੇ ਕਰਦੇ ਨੇ, ਜਿਹੜੇ ਤਾਂ ਹੁਣ 30-32 ਸਾਲ ਤੱਕ ਦੇ ਨੇ, 36 ਸਾਲ ਤੱਕ ਦੇ, ਬਲਕਿ ਮੈਂ ਕਹਾਂਗਾ ਉਹਨਾਂ ਨੇ 84 ਦੇਖੇ ਹੀ ਨਹੀਂ, ਉਹ ਤਾਂ ਜੰਮੀ 84 ਤੋਂ ਬਾਅਦ ਨੇ। ਉਹਨਾਂ ਨੂੰ ਕੀ ਪਤਾ ਵੀ ਸਟੇਟ ਕੀ ਕਰਦੀ ਹੁੰਦੀ ਹੈ। ਜਿਹੜੇ 36 ਦੇ ਵਿੱਚ ਆਪਾਂ ਹੋਰ ਲਾ ਦਈਏ 8-9 ਸਾਲ, ਜਿਹੜੇ 45 ਸਾਲ ਤੱਕ ਦੇ ਨੇ, ਉਹਨਾਂ ਨੂੰ ਵੀ ਨਹੀਂ ਪਤਾ ਵੀ 86 'ਚ ਹੋਇਆ ਕੀ, 84 'ਚ ਕੀ ਹੋਇਆ ਸੀ। ਫਿਰ ਬਹੁਤੇ ਤਾਂ ਉਹੀ ਨੇ ਨਾ ਜਿਹਨੂੰ ਯੂਥ ਕਹਿ ਰਹੇ ਨੇ। ਸੋ ਆਪਾਂ ਨੂੰ ਸਮਝਣਾ ਪਏਗਾ ਵੀ ਜਿਹੜੀ ਅੱਜ ਸਾਡੀ ਲੜਾਈ ਸੀ, ਜਿਹੜਾ ਨਿਸ਼ਾਨਾ, ਪਹਿਲੀ ਗੱਲ ਜੇ ਆਪਾਂ ਨਿਸ਼ਾਨਾ ਲੈ ਕੇ ਜਾਈਏ, ਉਸ ਨਿਸ਼ਾਨੇ ਦੀ ਗੱਲ ਕਰਨ ਦੀ ਬਜਾਏ ਆਪਾਂ ਹੋਰੇ ਗੱਲ ਕਰਨ ਲੱਗ ਜਾਈਏ। ਆਪਾਂ ਹੋਰੇ ਗੱਲ ਕਰ ਰਹੇ ਹਾਂ ਵੀ ਅੰਦੋਲਨ ਦੀ। ਮੈਂ ਤੁਹਾਨੂੰ ਕੋਈ ਕਿਸੇ ਪੁਰਾਣੀਆਂ ਕਹਾਣੀਆਂ 'ਚ ਲੈ ਜਾ, ਅੰਦੋਲਨ ਦੀਆਂ, ਕਿਸੇ ਹੋਰ ਦੀਆਂ 'ਚ ਹੈ ਵੀ ਨੌਜਵਾਨ ਆਏ ਹੁੰਦੇ ਨੇ, ਉਹਨਾਂ ਨੂੰ ਫਿਰ ਵਿਸ ਜਾਊਗਾ ਨਾ ਟਾਈਮ। ਸੋ ਜਿਹੜੀ ਗੱਲ ਵਾਸਤੇ ਆਪਾਂ ਗਿਆ, ਜਿਹੜਾ ਆਪਣਾ ਨਿਸ਼ਾਨਾ ਹੈ, ਪਹਿਲਾਂ ਉਹਨੂੰ ਪੂਰਾ ਕਰੋ। ਇੱਕ ਸਟੈਪ ਹੈ। ਉਹ ਨਿਸ਼ਾਨੇ ਦੀ ਪੂਰਤੀ 2 ਤਰੀਕੇ ਹੋ ਸਕਦੇ ਸੀ। ਇੱਕ ਤਰੀਕਾ ਸੀ ਕਿ ਤੁਸੀਂ ਇੱਟ ਖੜਿੱਕਾ ਕਰੋ ਸਰਕਾਰ ਨਾਲ। ਅੱਜ ਤੱਕ ਇੱਕ ਵੀ ਅੰਦੋਲਨ ਪੰਜਾਬ ਦੇ ਵਿੱਚ, ਇੱਕ ਵੀ ਕੋਈ ਦੱਸੇ ਇੱਟ ਖੜਿੱਕੇ ਨਾਲ ਪਾਸ ਸਫਲ ਹੋਏ ਹੋਣ ਆਜ਼ਾਦੀ ਤੋਂ ਬਾਅਦ। ਹੁਣ ਦੱਸਦਾ ਮੈਂ ਕਿਵੇਂ। ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾ ਅੰਦੋਲਨ 1959 'ਚ ਹੋਇਆ ਕਿਸਾਨੀ ਦਾ, ਬੈਟਰਮੈਂਟ ਲੇਵੀ ਦੇ ਖਿਲਾਫ। ਕੈਰੋਂ ਨੇ ਬਹੁਤ ਵੱਡਾ ਤਸ਼ੱਦਦ, ਇਹ ਤਾਂ ਤਸ਼ੱਦਦ ਹੋਇਆ ਨਹੀਂ, ਇਹ ਤਾਂ ਅੰਦੋਲਨ, ਮੈਂ ਕਹਿੰਦਾ ਭਾਗਾਂ ਵਾਲਾ ਅੰਦੋਲਨ ਤਸ਼ੱਦਦ ਕਰਿਆ। 10,000 ਬੰਦਾ ਉਸ ਵਕਤ 1959 ਦੇ ਵਿੱਚ ਜੇਲ੍ਹਾਂ 'ਚ ਪਾਤਾ ਸੀ। ਉਹ ਅੰਦੋਲਨ ਇਦੋਂ ਲੰਬਾ ਚੱਲਿਆ ਸੀ, ਹੁਣ ਤਾਂ ਇਹ ਲੰਬਾ ਹੋ ਗਿਆ ਕੁਛ ਦਿਨ। ਉਹ 19 ਜਨਵਰੀ ਨੂੰ ਸ਼ੁਰੂ ਹੋਇਆ ਸੀ, 23 ਮਾਰਚ ਨੂੰ ਖਤਮ ਹੋਇਆ ਸੀ। 2 ਮਹੀਨੇ 4 ਦਿਨ ਅੰਦੋਲਨ 5 ਦਿਨ 4 ਦਿਨ ਚੱਲਿਆ ਸੀ ਉਹ 5 ਦਿਨ। ਉਹਦੇ ਵਿੱਚ 10,000 ਬੰਦਾ ਅਰੈਸਟ ਹੋਇਆ ਸੀ। ਉਸ ਦੇ ਵਿੱਚ 8 ਮੌਤਾਂ ਜੇਲ੍ਹ 'ਚ ਹੋਈਆਂ ਸੀ ਨਾ, ਇਹਨਾਂ ਦੀ ਗੋਲੀ ਨਾਲ। 2 ਮੌਤਾਂ ਹੋਈਆਂ ਸੀ ਜੇਲ੍ਹ 'ਚ ਉਂਝ, ਇੱਕ ਮੌਤ ਹੋਈ ਸੀ ਕੋਈ ਜਿਵੇਂ ਹਾਰਟ ਅਟੈਕ, ਕੋਈ ਬਿਮਾਰੀ ਨਾਲ। 11 ਬੰਦੇ ਉਹਦੇ 'ਚ ਮਰੇ ਸੀ। ਘਰ ਘਰ ਪਿੰਡਾਂ ਦੇ ਵਿੱਚ ਜਾ ਕੇ ਕੁਰਕੀਆਂ ਹੋ ਰਹੀਆਂ ਸੀ ਜ਼ਮੀਨਾਂ ਦੀਆਂ। ਜਿਹੜੇ ਬੰਦੇ ਅਰੈਸਟ ਕਰ ਲਏ ਸੀ ਮੋਰਚੇ ਵਾਲੇ, ਉਹਨਾਂ ਦੀਆਂ ਜ਼ਮੀਨਾਂ ਦੀਆਂ, ਬਲਦ ਬੱਚਿਆਂ ਦੀਆਂ ਕੁਰਕੀਆਂ ਹੋ ਰਹੀਆਂ ਸੀ। ਇਹ ਜਦ ਤੱਕ ਕੁਝ ਹੋਇਆ ਨਹੀਂ ਨਾ ਜੇ ਪੰਜਾਬ 'ਚ, ਪੂਰਾ ਸ਼ਾਂਤਮਈ ਸੀ। ਫਿਰ ਵੀ ਸ਼ਾਂਤਮਈ ਰਿਹਾ। ਨਾਅਰੇ ਲਾਉਂਦੇ ਸੀ, ਨਾਅਰੇ ਲਾਉਂਦੇ ਆਪਣੇ। ਨਿੰਗ ਵੀ ਸੀ ਉਹਦੇ 'ਚ, ਹਾਲਾਂਕਿ ਹੁਣ ਵਾਲੇ ਤਾਂ ਨਿੰਗਾ ਹੈ ਨਹੀਂ, ਗੱਤਕੇ ਗੁੱਤਕੇ ਨਹੀਂ ਖੇਡਦੇ, ਬਸ ਠੀਕ ਹੈ। ਉਹ ਕਹਿੰਦੇ ਵੀ ਅਸੀਂ ਕਿਸਾਨ ਸਭਾ ਦੇ ਤੌਰ ਤੇ ਨਾਅਰੇ ਲਾਉਂਦੇ ਸੀ, ਜਲੂਸ ਕੱਢਦੇ ਸੀ, ਜਲਸੇ ਕਰਦੇ ਸੀ, ਰੈਲੀਆਂ ਕਰਦੇ ਸੀ। ਹੋਰ ਆ ਨਹੀਂ ਕਿਸੇ ਦੇ ਕੁਛ ਮਾਰਿਆ। ਦੂਜਾ, ਆਜ਼ਾਦੀ ਦੀ ਲੜਾਈ ਦੇ ਵਿੱਚ ਕੂਕਿਆਂ ਨੇ, ਮਲੇਰਕੋਟ ਦਾ ਸਾਕਾ ਤਾਂ ਸੁਣੇ ਹੋਣਾ, ਜਿਹੜੇ ਕੂਕੇ ਤੋਪਾਂ ਨਾਲ ਉਡਾਏ ਗਏ ਸੀ, ਬੁੱਚੜਖਾਨੇ। ਉਹ ਇਹ ਤਾਂ ਕਹਿੰਦੇ ਸੀ ਗਊਆਂ ਦੀ ਰੱਖਿਆ ਕਰਦਾ। ਇਹਨਾਂ ਨੇ ਗਊਆਂ ਦੀ ਕਾਹਦੀ ਰੱਖਿਆ ਕਰਨੀ ਹੈ, ਤਾਂ ਵਪਾਰ ਕਰਦੇ ਨੇ ਗਊਆਂ ਦੇ ਮੀਟ ਦਾ ਤੇ ਚਮੜੇ ਦਾ। ਇਹ ਜਿਹੜੇ ਇਹਨਾਂ ਦੇ ਬੰਦੇ ਕਰਦੇ ਨੇ, ਤੇ ਉਹਨਾਂ ਨੇ ਉਹ ਰੱਖਿਆ ਵਾਸਤੇ ਬੁੱਚੜਖਾਨੇ ਦੇ ਵਿੱਚ। ਉੱਥੇ ਵੀ ਇਹੀ ਹੋਇਆ। ਹੁਣ ਉਹ ਕੀ ਹੋਇਆ, 19 ਸ਼ਹੀਦੀਆਂ ਕਿਉਂ ਦੇਣੀਆਂ ਪਈਆਂ? ਬਾਬਾ ਰਾਮ ਸਿੰਘ ਕਹੇ ਵਾਇਲੈਂਸ ਨਾ ਕਰਿਓ, ਉਹਦੀ ਨਹੀਂ ਮੰਨੀ। ਬਾਬਾ ਰਾਮ ਸਿੰਘ ਨਾਮਧਾਰੀ ਉਹਨਾਂ ਦਾ ਲੀਡਰ ਸੀ, ਬਹੁਤ ਸਿਆਣਾ ਸੀ, ਚੀਨੀ ਬਾਬਾ ਕਹਿੰਦੇ ਸੀ ਉਹਨੂੰ, ਤੇ ਉਹਦੀ ਨਹੀਂ ਮੰਨੀ। ਜਾ ਕੇ ਕੂਕਿਆਂ ਨੇ ਕਤਲ ਕਰਤੇ। ਬੁੱਚੜ ਦਾ ਕਿੰਨੇ ਮਾਰੇ, ਪਰ ਉਹ ਜਿਹੜੇ ਫਿਰ ਸ਼ਹੀਦ ਹੋਏ, ਉਹ ਲਾਈਨ ਲਾਤੀ। ਉਦੋਂ ਮੁੜ ਕੇ ਕੂਕਾ ਲਹਿਰੀ ਟੁੱਟ ਗਈ। ਰੰਗੂਨ ਦੇ ਵਿੱਚ ਭੇਜਤਾ ਕੈਦ ਕਰਕੇ ਉਸਨੂੰ, ਬਾਬੇ ਨੂੰ। ਤੁਸੀਂ ਸਮਝੋ ਕਿਹੜੀ ਲਹਿਰ। ਅੱਛਾ, ਫਿਰ ਦੂਜੀ ਬਾਬਰ ਅਕਾਲੀਆਂ ਦੀ ਲਹਿਰ ਸੀ, ਉਹਦੇ ਵਿੱਚ ਵੀ ਇਹ ਹੋਇਆ। ਜੇ ਉਹਦੇ ਵਿੱਚ ਅਸੀਂ ਦੂਜਾ ਪਾਸਾ ਦੇਖੀਏ, ਗੁਰਦੁਆਰਾ ਆਜ਼ਾਦ ਕਰਾਉਣ ਦੀ ਲਹਿਰ ਸੀ। ਹੁਣ ਦੇਖੋ ਨਾ, ਇੱਕ ਪਾਸੇ ਬਾਬਰ ਅਕਾਲੀ ਸੀਗਾ, ਇੱਕ ਪਾਸੇ ਗੁਰਦੁਆਰੇ ਆਜ਼ਾਦ ਕਰਾਉਣ ਸੀ। ਦੋ ਗਏ ਨਾ ਧਰਮ ਜਿਵੇਂ ਉਰੇ ਨੇ। ਜਿਹੜੀ ਬਾਬਰ ਅਕਾਲੀਆਂ ਦੀ ਲਹਿਰ ਸੀ, ਉਹ ਕਹਿੰਦੇ ਸੀ ਵੀ ਆਪਾਂ ਡਾਂਗ ਨਾਲ ਲਾਵਾਂਗੇ। ਔਰ ਉਹਨਾਂ ਨੇ ਕਦੇ ਆਏ ਨਹੀਂ ਵੀ ਉਹ ਮਾੜੇ ਬੰਦੇ ਨਹੀਂ ਹੈ, ਬੰਦੇ ਉਹ ਚੰਗੇ ਸੀ। ਹੁਣ ਵਾਲੇ ਤਾਂ ਬਹੁਤੇ ਰਲੇ ਹੋਣੇ, ਉਹਨਾਂ 'ਚ ਇੱਕ ਅੱਧਾ ਰਲਿਆ ਹੁੰਦਾ ਸੀ। ਰਲੇ ਉਦੋਂ ਵੀ ਹੁੰਦੇ ਸੀ, ਪਰ ਉਹ ਇੱਕ ਅੱਧਾ ਹੁੰਦਾ ਸੀ। ਪਰ ਉਹ ਬਹੁਤਾ ਗਾਈਡ ਨਹੀਂ ਕਰ ਸਕਦਾ। ਲੀਡਰਸ਼ਿਪ ਉੱਥੇ ਕਿਤੇ ਨਹੀਂ ਡੱਬੀ ਵੀ ਰਲੀ ਹੋਵੇ, ਉਹਨੇ ਲੀਡਰਸ਼ਿਪ ਰਲੀ ਹੋਈ ਸੀ। ਇਹ ਫਰਕ ਹੈ। ਹੁਣ ਜ਼ਿਆਦਾ ਝੂਠ ਤਬਾਨ ਵਾਲੇ ਬੰਦੇ ਨੇ, ਉਦੋਂ ਝੂਠ ਤਬਾਨ ਵਾਲੇ ਘੱਟ ਹੁੰਦੇ ਸੀ। ਅੱਜ ਡੁਪਲੀਕੇਟ ਬੰਦੇ ਜ਼ਿਆਦਾ ਨੇ, ਜਿਨ੍ਹਾਂ ਦੇ ਮਨ 'ਚ ਹੋਰ, ਮੁੱਖ 'ਚ ਹੋਰ, ਜਿਨ੍ਹਾਂ ਨੇ ਚੋਗੇ ਹੋਰ ਪਾਏ ਨੇ। ਚਿੱਟੇ ਜਿਨਕੇ ਕੱਪੜੇ ਮੈਲੇ, ਚਿੱਤ ਕਠੋਰ ਜਿਉ, ਬਾਹਰੋਂ ਧੋਤੀ ਤੁਮੜੀ, ਅੰਦਰ ਵਿਸਨ ਕੋਰ ਜਿਉ। ਉਹ ਬੰਦੇ ਨੇ ਅੱਜ। ਤੇ ਉਹਦੇ ਵਿੱਚ ਕੀ ਹੈ ਕਿ ਉਹ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਸੀ, ਗੁਰਦੁਆਰਿਆਂ 'ਤੇ ਕਬਜ਼ਾ ਲੈਣਾ ਸੀ, ਮਹੰਤ ਉੱਥੇ ਬੈਠੇ ਸੀ। ਇਹ ਜਿਹੜਾ ਕਿਸਾਨੀ ਬਿੱਲ ਨੇ, ਉਦੋਂ ਹੋਰ ਤਰ੍ਹਾਂ ਦੀ ਹੈ। ਬਲਕਿ ਉੱਥੇ ਮਹੰਤ ਦਾ ਪਰਸਨਲ ਇੰਟਰਸਟ ਹੈ। ਗੁੰਡੇ ਉਹਨੇ ਪਾਲੇ ਹੋਏ ਨੇ। ਅੰਗਰੇਜ਼ ਬਿਲਕੁਲ ਜਿਵੇਂ ਹੁਣ ਇੱਥੇ ਇਹਨੇ ਸ਼ੰਭੂਗੜ੍ਹ ਤੇ ਕੱਲ੍ਹ ਹਮਲਾ ਕਰਿਆ, ਜਾਂ ਪਹਿਲਾਂ ਟਕੈਤ ਸਾਹਿਬ ਤੇ ਹਮਲਾ ਕਰਨਾ ਸੀ, ਬਿਲਕੁਲ ਇਸੇ ਤਰ੍ਹਾਂ ਹੀ ਗੁੰਡੇ ਲੈ ਕੇ ਆਉਂਦੇ ਸੀ। ਪੁਲਿਸ ਉਹਨਾਂ ਦੀ ਮਦਦ ਤੇ ਹੁੰਦੀ ਸੀ, ਗੁੰਡਾਂ ਦੀ। ਮਹੰਤ ਨਰੈਣ ਦਾਸ ਦੇ ਕੋਲ 500 ਗੁੰਡਾ ਉੱਥੇ
ਅੰਦਰ ਵਾੜਿਆ ਹੋਇਆ ਸੀ। ਨਨਕਾਣਾ ਸਾਹਿਬ ਦਾ ਜਦੋਂ ਉਹਨਾਂ ਨੇ ਸਾਕਾ ਨਨਕਾਣਾ ਸਾਹਿਬ ਤਾਂ ਹੀ ਕਹਿੰਦੇ ਨੇ। ਉੱਥੇ ਧਾਰੋਵਾਲੀ ਭਾਈ ਧਾਰੋਵਾਲ ਦੇ ਲੀਡਰਸ਼ਿਪ ਜਥਾ ਗਿਆ, ਉਹਨਾਂ ਨੇ ਕਿਹਾ ਵੀ ਯਾਰ ਕਾਹਨੂੰ ਤੂੰ ਉਹ ਕਰਦਾ ਇਹ ਹੁਣ ਛੱਡ ਦਿਓ ਉਹਨਾਂ ਦਾ ਮਾਰ। ਉਹ ਕਹਿੰਦਾ ਨਹੀਂ, ਹੁਣ ਮੈਂ ਅਰਦਾਸ ਕਰਤੀ, ਹੁਣ ਮੈਂ ਸ਼ਹੀਦ ਹੁੰਦੇ ਰਹੇ ਸਿੰਘ, ਪਰ ਗੁਰਦੁਆਰੇ ਆਜ਼ਾਦ ਕਰਾਇਆ। ਗੁਰੂ ਕੇ ਬਾਗ ਦਾ ਮੋਰਚਾ ਦੇਖ ਲਓ, ਜੈਤੋ ਦਾ ਮੋਰਚਾ ਦੇਖ ਲਓ, ਸਿੰਘ ਪਾਠ ਕਰ ਰਹੇ ਨੇ, ਗੋਲੀ ਲੱਗਦੀ ਹੈ, ਸਿੰਘ ਦੇ ਪਾਠ ਕਰਦੇ ਤੇ ਉੱਥੇ ਹੋ ਜਾਂਦਾ, ਕਹਿੰਦੇ ਨਹੀਂ ਰੋਟੀ ਖਿਲਾ ਕੇ ਤੋਰਾਂਗੇ ਗੱਡੀ 'ਚ। ਆਪਾਂ ਐ ਨਹੀਂ ਹੈ ਵੀ ਅਕਾਲੀ ਮੋਰਚਿਆਂ ਦਾ ਇਤਿਹਾਸ ਸਾਰਾ ਵਾਇਲੈਂਸ ਦਾ ਹੈ। ਅਕਾਲੀ ਮੋਰਚਿਆਂ ਦਾ ਬਹੁਤ ਵੱਡਾ ਸਿਰੜ ਦਾ ਸਿਦਕ ਦਾ ਸਿੱਖੀ ਨੇ ਹੀ ਤਾਂ ਸਿਖਾਇਆ, ਸਿਰੜ ਦਾ ਇਤਿਹਾਸ ਹੈ। ਦੂਜੀ ਗੱਲ, ਹੁਣ ਜੰਗ ਦੀ ਗੱਲ, ਜਿਹੜੀ ਜੰਗ ਦਾ ਹਰ ਜਗ੍ਹਾ ਤੇ ਮੌਕਾ ਹੁੰਦਾ ਹੈ। ਜੇ ਕਿਲਿਆਂ 'ਚ ਜੰਗ ਲੜਨੀ ਹੋਵੇ ਫਿਰ ਲੜੀ ਜਾ ਸਕਦੀ ਹੈ। ਅੱਜ ਇੰਡੀਅਨ ਸਟੇਟ ਨਾਲ ਇਸ ਤਰ੍ਹਾਂ ਅਸੀਂ ਇੰਡੀਅਨ ਸਟੇਟ ਨਾਲ ਜੰਗ ਹੀ ਨਹੀਂ ਕਰਨ ਗਏ। ਪਹਿਲੇ ਕਦੇ ਰੋਂਗ ਪ੍ਰੋਸੀਜਰ ਕਹਿਣ ਦੀ ਸੋਚ ਹੈ। ਸੋਚ ਕੀ ਹੈ ਕਿ ਭਾਈ ਸਾਡੀ ਰੋਜੀ ਰੋਟੀ ਤੁਸੀਂ ਖੋਹਣੇ ਹੋ, ਤੁਸੀਂ ਪਹਿਲਾਂ ਜਿਹੜਾ ਤਾਂ ਤੁਹਾਡੇ ਕਬਜ਼ੇ 'ਚ ਆ ਸਰਕਾਰ ਦੇ, ਉਹ ਤਾਂ ਤੁਸੀਂ ਵੇਚਤਾ ਅੰਬਾਨੀਆਂ ਅਡਾਨੀਆਂ ਨੂੰ, ਕਾਰਪੋਰੇਟ ਨੂੰ। ਹੁਣ ਤੁਸੀਂ ਜਿਹੜੀ ਸਾਡੇ ਕੋਲ ਛੋਟੀ ਮੋਟੀ ਦੁਕਾਨ ਹੈ, ਛੋਟੀ ਮੋਟੀ ਆੜਤ ਹੈ, ਛੋਟਾ ਮੋਟਾ ਵਪਾਰ ਹੈ, ਛੋਟੀ ਮੋਟੀ ਜ਼ਮੀਨ ਹੈ, ਉਹ ਤੁਸੀਂ ਸਾਡੀ ਖੋਹ ਕੇ ਉਹਨਾਂ ਨੂੰ ਦੇਣਾ ਚਾਹੁੰਦੇ ਹੋ। ਇਹਦੇ ਨਾਲ ਤਾਂ ਸਾਡੀ ਰੋਜੀ ਰੋਟੀ ਜਾਏਗੀ। ਅੱਜ ਲੜਾਈ ਇਸ ਗੱਲ ਦੀ ਆ, ਅੱਜ ਲੜਾਈ ਰਾਜ ਬਦਲਣ ਦੀ ਨਹੀਂ ਹੈ, ਇਹ ਲੜਾਈ ਵੱਡੀ ਹੈ। ਇਹ ਦੱਸਿਓ ਕਿ ਜਿਵੇਂ ਮੈਂ ਸਵਾਲ ਪਹਿਲਾਂ ਕੀਤਾ ਸੀ ਕਿ ਗਾਂਧੀਗਿਰੀ ਕਿ ਭਗਤ ਸਿੰਘ ਦੀ ਸੋਚ, ਕਿਸ ਸੋਚ ਦੇ ਉੱਤੇ ਜਿਹੜਾ ਉਹ ਇਸ ਅੰਦੋਲਨ ਨੂੰ ਜਿੱਤਿਆ ਜਾ ਸਕਦਾ ਹੈ। ਹੁਣ ਜੇ ਆਪਾਂ ਭਗਤ ਸਿੰਘ ਦੀ ਸੋਚ ਦੀ ਗੱਲ ਕਰੀਏ, ਜਿਹੜਾ ਨੌਜਵਾਨਾਂ ਦੇ ਮਨਾਂ ਦੇ ਵਿੱਚ, ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਤਸਵੀਰਾਂ ਵਸਾਈਆਂ ਗਈਆਂ ਕਿ ਭਗਤ ਸਿੰਘ ਦੀਆਂ ਤਸਵੀਰਾਂ ਆਪਾਂ ਦੇਖਦੇ ਹਾਂ ਲੱਗੀਆਂ ਕਿ ਇੱਕ ਹੱਥ ਦੇ ਵਿੱਚ ਗਨ ਫੜੀ ਹੋਈ ਹੈ, ਉਹਲੇ ਕਰਕੇ ਖੜਿਆ ਕਿਸੇ, ਇਸ ਤਰ੍ਹਾਂ ਦੀਆਂ ਤਸਵੀਰਾਂ। ਜਦੋਂ ਭਗਤ ਸਿੰਘ ਦੇ ਬਾਰੇ ਜ਼ਿਕਰ ਕੀਤਾ ਜਾਂਦਾ ਹੈ ਕਿ ਪਾਰਲੀਮੈਂਟ 'ਚ ਬੰਬ ਸੁੱਟ ਦਿੱਤਾ, ਮਤਲਬ ਕਿ ਇਸ ਤਰ੍ਹਾਂ ਇੱਕ ਉਕਸਾਉਣ ਵਾਲੀ ਗੱਲ ਨਹੀਂ ਕਿ ਉਹਨਾਂ ਨੂੰ ਉਕਸਾਇਆ ਜਾਂਦਾ ਹੈ ਕਿ ਭਗਤ ਸਿੰਘ ਦੀ ਸੋਚ ਤਾਂ ਇਹ ਸੀ, ਜਦ ਕਿ ਤੁਸੀਂ ਜੋ ਕੁਝ ਕਹਿ ਰਹੇ ਹੋ ਭਗਤ ਸਿੰਘ ਦੀ ਸੋਚ ਉਹ ਨਹੀਂ ਸੀ, ਸਮੇਂ ਦੇ ਨਾਲ ਬਦਲੀ, ਇਨਕਲਾਬ ਤਾਂ ਆਇਆ। ਜਿਹੜੇ ਬਹੁਤੇ ਭਗਤ ਸਿੰਘ ਦੀ ਉਹ ਸੋਚ ਦੱਸ ਰਹੇ ਨੇ ਨਾ, ਉਹ ਉਹੀ ਨੇ ਜਿਹੜੇ ਰਾਜ ਨੂੰ ਪੱਕਾ ਕਰਨਾ ਚਾਹੁੰਦੇ ਨੇ। ਭਗਤ ਸਿੰਘ ਦੀ ਸੋਚ ਨੂੰ ਉਹ ਦੱਸਦੇ ਨੇ ਜਿਹੜੇ ਵੀ ਉਹ ਤਾਂ ਬੰਦੂਕਾਂ ਚਲਾਉਂਦਾ ਸੀ, ਬੰਬ ਚਲਾਉਂਦਾ ਸੀ, ਫਲਾਣਾ ਕਰਦਾ ਸੀ। ਬਾਈ ਦੀ ਵੇ ਜਿਹੜਾ ਉਹਨੇ ਬੰਬ ਵੀ ਸੁੱਟਿਆ ਸੀ ਨਾ, ਉਹ ਧੂਏ ਵਾਲਾ ਬੰਬ ਸੀ, ਉਹ ਧੂਏ ਵਾਲਾ ਬੰਬ ਸੀ। ਉਹਨੂੰ ਪੁੱਛਿਆ ਗਿਆ ਵੀ ਤੂੰ, ਕਹਿੰਦਾ ਨਹੀਂ ਬੰਦੇ ਅਸੀਂ ਮਾਰ ਸਕਦੇ, ਜੇ ਮਾਰਨਾ ਚਾਹੁੰਦੇ ਸੀ ਮਾਰਨੇ ਨਹੀਂ ਚਾਹੁੰਦੇ ਸੀ। ਇਹਨਾਂ ਦੇ ਕੰਨ ਬੋਲੇ ਨੇ, ਉਹਨਾਂ ਨੂੰ ਦੱਸਣਾ ਚਾਹੁੰਦੇ ਸੀ ਵੀ ਦੇਖ ਲਓ ਤੁਸੀਂ ਭਾਈ ਕੰਨ ਖੋਲੋ ਆਪਣੇ। ਆਪਾਂ ਸਮਝੀਏ ਉਹ ਬੰਬ ਨੂੰ ਵੀ, ਉਹ ਬੰਬ ਕੋਈ ਉਹ ਬੰਬ ਨਹੀਂ ਸੀ ਜਿਹੜਾ ਬੰਦੇ ਮਾਰਦਾ। ਸੋ ਆਪਾਂ ਨੂੰ ਇਹ ਸਮਝਣਾ ਪਊ, ਜਿਹੜੇ ਭਗਤ ਸਿੰਘ ਨੂੰ ਆਏ ਪਏ, ਕੋਈ ਪੀਲੀ ਪੱਗ ਬੰਨ੍ਹ ਕੇ ਪੇਸ਼ ਕਰਦਾ, ਕੋਈ ਉਹਦੀ ਦਾੜੀ ਕੱਟ ਕੇ ਸਾਰਾ ਉਹਨੂੰ ਵੀ ਇਹ ਤਾਂ ਹਿੰਦੂ ਸੀ, ਕੋਈ ਕਹਿੰਦਾ ਜੀ ਇਹ ਤਾਂ ਆਰੀਆ ਸਮਾਜੀ ਸੀ। ਪਰਿਵਾਰ 'ਚ 100 ਗੱਲਾਂ ਹੁੰਦੀਆਂ ਨੇ, ਕੋਈ ਆਰੀਆ ਸਮਾਜੀ ਹੋ, ਉਹਦਾ ਚਾਚਾ ਅਜੀਤ ਸਿੰਘ ਪਗੜੀ ਸੰਭਾਲ ਜੱਟਾ ਦਾ ਅੰਦੋਲਨ ਦਾ ਉਹ ਹੀਰੋ ਸੀ ਨਾ, ਤਾਂ ਕੈਦ ਹੀ ਰਿਹਾ, ਇਹ ਵੀ ਪਤਾ ਹੈ, ਠੀਕ ਹੈ ਨਾ। ਅਗਰ ਆਜ਼ਾਦੀ ਵਾਲੇ ਦਿਨ ਉਹਨਾਂ ਦੀ ਡੈਥ ਹੋਈ ਹੈ। ਤੇ ਆਹ ਜਿਹੜਾ ਹੈਗਾ ਇੱਧਰ ਆਪਣੇ ਹਿਮਾਚਲ ਦੇ ਵਿੱਚ, ਉੱਥੇ ਉਹਨਾਂ ਦੀ ਸਮਾਧੀ ਹੈ। ਸੋ ਜਦ ਅਸੀਂ ਭਗਤ ਸਿੰਘ ਨੂੰ ਦੇਖਦੇ ਹਾਂ, ਮੈਂ ਭਗਤ ਸਿੰਘ ਤੇ ਗਾਂਧੀ, ਇਹ ਗਾਂਧੀਗਿਰੀ ਨਹੀਂ ਹੈ, ਇਹ ਇੱਕ ਹਿੰਸਾ ਦੇ ਨਾਲ, ਸ਼ਾਂਤੀ ਦੇ ਨਾਲ, ਪੁਰਅਮਨ ਦੇ ਨਾਲ ਇੱਕ ਜਾਬਰ ਸਰਕਾਰ ਨਾਲ ਟੱਕਰ ਹੈ। ਜਿਹੜਾ ਵੱਡਾ ਜਾਬਰ, ਸਾਡੇ ਇੱਕ ਪ੍ਰੋਫੈਸਰ ਹੁੰਦੇ ਹਿਸਟਰੀ ਦੇ, ਮੈਂ ਤੁਹਾਨੂੰ ਤਾਂ ਦੱਸਦਾ, ਸੁਰਜੀਤ ਸਿੰਘ ਗਾਂਧੀ। ਮੈਂ ਤਾਂ ਸਾਇੰਸ ਦਾ ਵਿਦਿਆਰਥੀ ਸੀ, ਉਹ ਕਦੇ ਇੱਕ ਜਨਰਲ ਨੌਲੇਜ ਦੀ ਕਲਾਸ ਲੱਗਦੀ ਹੁੰਦੀ, ਉਹ ਕਹਿੰਦੇ ਨਾ ਵੀ ਗਾਂਧੀ ਕਿਉਂ ਕਾਮਯਾਬ ਹੋਇਆ, ਕਹਿੰਦੇ ਜਦ ਇੱਕ ਬੰਦੇ ਨੂੰ ਆ ਕੇ ਬਦਮਾਸ਼ ਕੁੱਟੀ ਜਾਵੇ, ਕੋਈ ਬੰਦਾ ਕਹਿੰਦਾ ਯਾਰ ਇਹ ਸ਼ਰੀਫ ਉਹਨੂੰ ਕੁੱਟੀ ਜਾਂਦਾ, ਉਹ 'ਚ ਰੋਜ਼ ਹਾਕਦਾ। ਜੇ ਅੱਜ ਸਰਕਾਰ ਨੇ ਗੋਲੀ ਕਿਉਂ ਨਹੀਂ ਚਲਾਈ ਪਹਿਲਾਂ? ਤੁਹਾਡੇ ਖਿਆਲ ਸਰਕਾਰ ਗੋਲੀ ਨਹੀਂ ਚਲਾ ਸਕਦੀ ਸੀ ਇਹਨਾਂ ਤੇ? ਤੁਹਾਡੇ ਖਿਆਲ 'ਚ ਟਿੱਕਰੀ ਬਾਰਡਰ ਬਹੁਤ ਵੱਡੀ ਚੀਜ਼ ਹੈ, ਉੱਥੋਂ ਉਠਾ ਨਹੀਂ ਸਕਦੀ ਸਰਕਾਰ? ਇਹ ਭੁਲੇਖਾ ਸਾਰੇ ਜਵਾਨਾਂ ਨੂੰ ਵੀ ਛੱਡ ਦੇਣਾ ਚਾਹੀਦਾ ਹੈ। ਜੇ ਇੰਡੀਅਨ ਸਟੇਟ ਇਹ ਫੈਸਲਾ ਕਰੇ ਵੀ ਦੇਖੀ ਜੋ ਹੁੰਦਾ ਹੈ, ਇਹ ਘੰਟੇ 'ਚ ਬਾਰਡਰ ਕੱਢ ਕੇ ਲਾ ਦੇਣਗੇ ਸਾਰੇ। ਮੈਂ ਤੁਹਾਨੂੰ ਹੁਣ ਕਹਿਣਾ, ਇਹ ਤਾਂ ਕਹਿੰਦੇ ਵੀ ਇੰਨੇ ਟਰੈਕਟਰ ਖੜੇ ਨੇ, ਐਂ ਕਿਵੇਂ ਕਰ ਦੇਣਗੇ? ਫਿਰ ਉਹ ਤਿਆਰ ਹੋ ਜੇ ਫਿਰ ਦੂਜੇ ਪਾਸੇ ਵਾਸਤੇ। ਜੇ ਵਾਇਲੈਂਸ ਸਰਕਾਰ ਕਰੇਗੀ ਤਾਂ ਸਰਕਾਰ ਜਾਏਗੀ, ਜੇ ਵਾਇਲੈਂਸ ਅੰਦੋਲਨ ਕਰੇਗਾ ਤਾਂ ਅੰਦੋਲਨ ਜਾਏਗਾ। ਫੈਸਲਾ ਇਹ ਜਵਾਨ ਕਰ ਲੈਣ ਵੀ ਵਾਇਲੈਂਸ ਕਿਹਨੇ ਕਰਨੀ ਹੈ। ਇੱਕ ਗੱਲ ਇਹ ਵੀ ਤਾਂ ਉੱਠਦੀ ਹੈ ਨਾ ਕਿ ਉਧਰਲੇ ਪਾਸੇ ਜਦੋਂ ਪੱਥਰਬਾਜ਼ੀ ਹੁੰਦੀ ਹੈ, ਕੁਝ ਗੁੰਡਾ ਹੁੰਦੇ ਨੇ, ਪੱਥਰਬਾਜ਼ੀ ਕਰਦੇ ਨੇ, ਕਿਸਾਨਾਂ ਨੂੰ ਜ਼ਖਮੀ, ਟੈਂਟ ਦਿੱਤੇ ਗਏ, ਫਿਰ ਇਸ ਦਾ ਮੁਕਾਬਲਾ ਕਿਸ ਤਰੀਕੇ ਨਾਲ ਕੀਤਾ ਜਾਵੇ? ਬੜਾ ਹੈਗਾ ਤਰੀਕਾ। ਮੈਂ 4 ਦਿਨ ਪਹਿਲਾਂ ਦੱਸਿਆ ਸੀ ਕਿਸੇ ਨੂੰ, ਇੱਥੇ ਬੋਲਿਆ, ਉਹ ਪੱਥਰਬਾਜ਼ੀ ਕਰ ਹੀ ਇਸ ਵਾਸਤੇ ਰਹੇ ਨੇ ਤੇ ਤੁਸੀਂ ਗੁੱਸੇ 'ਚ ਆ ਕੇ, ਤੁਹਾਨੂੰ ਜਾਣ ਕੇ ਗਾਲਾਂ ਕੱਢਣਗੇ, ਧੁੱਪ ਬਹੁਤ ਕੁਛ ਕਰਨਗੇ ਵੀ ਤੁਸੀਂ ਗੁੱਸੇ 'ਚ ਆ ਕੇ ਉਹਨਾਂ 'ਤੇ ਹਮਲਾ ਕਰੋ। ਉਹ ਹਮਲੇ ਨੂੰ ਉਹਨਾਂ ਨੇ ਫੋਕਸ ਕਰਨਾ। ਪਹਿਲੀ ਗੱਲ ਤਾਂ ਕੁਛ ਬੰਦੇ ਤਾਂ ਉੱਥੇ ਜਿਹੜੇ ਪੱਥਰਬਾਜ਼ੀ ਕਰਨ ਵਾਲੇ ਵੀ ਨੇ ਤੇ ਜਿਨ੍ਹਾਂ 'ਚ ਹੋ ਵੀ ਰਹੀ ਹੈ, ਇਹ ਐਲੀਗੇਸ਼ਨ ਪੂਰੇ ਸਾਹਮਣੇ ਲੱਗ ਰਹੇ ਨੇ ਕਿ ਉਹ ਰਲੇ ਹੋਏ ਨੇ। ਕਿਵੇਂ? ਜਿਹੜਾ ਕਿਲੇ ਤੇ ਲਾਲ ਝੰਡਾ ਚੜਾ ਕੇ ਭੱਜ ਗਿਆ ਸੀ, ਉਹ ਤਾਂ ਅੰਦਰ ਜਾ ਕੇ ਬਹਿ ਗਿਆ ਕਿਤੇ। 200 ਨੌਜਵਾਨ ਕਹਿੰਦੇ ਨੇ ਲਾਪਤਾ ਹੈ, ਕੋਈ ਕਹਿੰਦਾ 500 ਲਾਪਤਾ ਹੈ। ਫਿਰ ਉਹਨਾਂ ਦਾ ਬਈ ਭਾਲ ਕਿਉਂ ਨਹੀਂ ਕਰਦਾ? ਕਿਲੇ ਤੇ ਜਿਹੜੇ ਲੈ ਕੇ ਗਏ ਉਹ ਤਾਂ ਭਾਲ ਕਰਨਾ ਘੱਟੋ ਘੱਟ। ਜਿਹੜੇ ਸਮਰਥਕ ਸੀ ਵੀ ਕਿਲੇ ਤੇ ਜਾਣਾ, ਝੰਡਾ ਚੜਾਉਣਾ, ਉਹ ਕਿੱਥੇ ਨੇ ਅੱਜ? ਉਹ ਨੌਜਵਾਨ ਨੇ ਨਾ। ਇਹ ਕਹਿਣਾ
ਕਿ ਨੌਜਵਾਨਾਂ ਦੀ ਗੱਲ ਨਹੀਂ ਸੁਣਦੇ, ਇਹ ਵੀ ਮਿਸਨੋਮਰ ਹੈ। ਇਹ ਵੀ ਜਾਣ ਕੇ ਇੱਕ ਨਵਾਂ ਪਰਿਪੇਖ ਬਣਾਇਆ ਜਾਂਦਾ ਹੈ। 95% ਨੌਜਵਾਨ ਜਿਹੜਾ ਹੈ ਉਹ ਕਿਸਾਨੀ ਲੀਡਰਸ਼ਿਪ ਦੇ ਨਾਲ ਹੈ। ਕਿੰਨੇ ਗਵਈਏ ਨੇ ਜਿਹੜੇ ਕਿਸਾਨੀ ਲੀਡਰਸ਼ਿਪ ਆ। ਹੁਣੀ ਇੱਕ ਵੀਡੀਓ ਚੱਲ ਰਹੀ ਹੈ, ਉਹ ਦੀਪ ਸਿੱਧੂ ਦਾ ਸਾਰਾ ਕਹਾਣੀ ਦੱਸ ਰਿਹਾ। ਉਹ ਸੁਣ ਲਿਓ ਕਿੰਨੀ ਹੈ। ਇਹ ਕਮਰ ਗਰੇਵਾਲ ਹੈ, ਉਹ ਨੌਜਵਾਨ ਨਹੀਂ ਹੈ, ਉਹ ਕੋਈ ਬਜ਼ੁਰਗ ਥੋੜ੍ਹਾ ਆ। ਉਹ ਕਹੇ ਜੋ ਗੀਤਕਾਰ ਹੈ, ਕਿਵੇਂ ਹੈ। ਤੁਸੀਂ ਉੱਥੇ ਨੌਜਵਾਨਾਂ ਨੂੰ ਐਂ ਨਾ ਸਮਝੋ ਜਿਹੜੇ ਉੱਥੇ ਲੰਗਰ ਦੀ ਸੇਵਾ ਕਰ ਰਹੇ ਨੇ, ਜਿਹੜੇ ਉੱਥੇ ਰੋਟੀਆਂ ਲਾ ਰਹੇ ਨੇ, ਜਿਹੜੇ ਉੱਥੇ ਸਿਕਿਉਰਿਟੀ ਕਰ ਰਹੇ ਨੇ। ਤੁਸੀਂ ਸਿਰਸਾ ਸਾਹਿਬ ਨੂੰ ਛੱਡ ਕੇ ਬਾਕੀ ਸਿਕਿਉਰਿਟੀ ਵਾਲਾ ਦੱਸੋ ਕਿਹੜਾ ਬਜ਼ੁਰਗ ਆ ਉਹਦੇ 'ਚ? ਨੌਜਵਾਨ ਨੇ ਨਾ। ਤੇ ਜੇ ਉਹ ਨੌਜਵਾਨਾਂ ਨੂੰ ਪੁੱਛਦਾ ਕੋਈ ਨਹੀਂ ਸਿਕਿਉਰਿਟੀ ਤੇ ਦਿਨ ਰਾਤ ਕਿਉਂ ਲੱਗੇ ਰਹਿਣਗੇ? ਉਹ ਬਜ਼ੁਰਗਾਂ ਨੂੰ ਉਠਾ ਕੇ ਗਿੱਲੇ 'ਚੋਂ ਸੁੱਕੇ 'ਚ ਕਿਉਂ ਪਾਉਣਗੇ? ਉਹ ਕਿਸੇ ਨੂੰ ਦਵਾਈ ਦਵਾਉਣ ਕਿਉਂ ਜਾਣਗੇ? ਆਪਾਂ ਸਮਝੀਏ 95% ਉੱਧਰ ਨੇ, ਜਿਹੜੇ 5% ਨੇ ਇਹ ਅਸਲ 'ਚ ਕੀ ਕਹਿੰਦੇ ਨੇ? ਮੈਨੂੰ ਕੋਈ ਬੰਦਾ ਦੱਸੇ। ਦੀਪ ਸਿੱਧੂ ਕਿਸਾਨਾਂ ਦਾ ਲੀਡਰ ਹੈ, ਲੱਖਾ ਸਿਧਾਣਾ ਕਿਸਾਨਾਂ ਦਾ ਲੀਡਰ ਹੈ। ਦੂਜੀ ਗੱਲ, ਉਹਨਾਂ ਨੇ ਕਦੇ ਕੋਈ ਜਥੇਬੰਦੀ ਚਲਾਈ ਹੈ? ਲੱਖੇ ਸਿਧਾਣਾ ਨੇ ਅੱਜ ਤੱਕ ਇੱਕ ਜਥੇਬੰਦੀ ਚਲਾਈ ਹੋਵੇ? ਉਹ ਪਹਿਲਾਂ ਗੈਂਗਸਟਰ ਸੀ, ਉਦੋਂ ਬਾਅਦ ਉਹ ਬਣ ਗਿਆ, ਸਮਾਜ 'ਚ ਆ ਗਿਆ। ਹੁਣ ਵੀ ਉਹ ਕੰਮ ਤਾਂ ਹੀਰੋਇਜ਼ਮ ਹੀ ਕਰਦਾ ਨਾ। ਜਥੇਬੰਦੀ ਚਲਾਉਣਾ ਹੋਰ ਚੀਜ਼ ਹੈ, ਜਾ ਕੇ ਹੀਰੋਇਜ਼ਮ ਨਾਲ ਜਿਹਨੂੰ ਮਰਜ਼ੀ ਇੱਕ ਇਕੱਲੇ ਵਿਅਕਤੀ ਨੂੰ ਜਦ ਮਰਜ਼ੀ ਡਰਾਓ। ਲੱਖੇ ਸਿਧਾਣੇ ਦਾ ਮੋਡ ਆਫ ਫੰਕਸ਼ਨਿੰਗ ਉਹ ਜਿਹੀ ਹੈ ਜਿਹੇ RSS ਵਾਲੇ ਕਰਦੇ ਨੇ। ਬੰਦੇ ਨੂੰ ਡਰਾ ਦੇਣਾ ਇਕੱਠੇ ਹੋ ਕੇ, ਜਾਂ ਬੰਦੇ ਚਾਰ ਲੈ ਕੇ। ਜਿਹੜੇ ਬੰਦੇ ਨੂੰ ਲੱਗਦਾ ਵੀ ਯਾਰ ਐਵੇਂ ਮਾਰੂਗਾ ਮੈਨੂੰ, ਛੱਡ ਪਰ ਇਹਨੂੰ ਪੈਸੇ, ਇਹ ਫਰੋਤੀ ਟਾਈਪ ਬਣ ਜਾਂਦੀ ਹੈ ਗੱਲ। ਹਾਲਾਂਕਿ ਉਹ ਫਰੋਤੀ ਨਹੀਂ ਲੈਂਦਾ, ਪਰ ਇਹ ਲੋਕਾਂ ਦੇ ਮਨ 'ਚ, ਜਿਵੇਂ ਹੁਣ ਮਨ 'ਚ ਬਣਾਤੀ ਵੀ ਇਹ ਤਾਂ ਜੀ ਖਾਲਿਸਤਾਨ ਹੈ, ਖਾਲਿਸਤਾਨ ਹੈ। ਇਹ ਕੋਈ ਖਾਲਿਸਤਾਨ ਦੀ ਗੱਲ ਹੈ ਨਹੀਂ ਸੀ। ਇੱਦਾਂ ਹੀ ਲੱਖੇ ਸਿਧਾਣੇ ਦੀਆਂ ਕਾਰਵਾਈਆਂ ਦੇ ਉੱਤੇ ਅਗਲੇ ਉਹ ਚਾਰਜ ਲੱਗੇ ਉਹਦੇ ਉੱਤੇ, ਔਰ ਕਈ ਬੰਦੇ ਉਹਦੇ ਨਾਂ ਤੇ ਫਰੋਤੀ ਲੈਣ ਵੀ ਲੱਗੇ। ਉਹਨੇ ਆਪ ਹੀ ਦੱਸਿਆ ਲਾਈਵ ਹੋ ਕੇ ਵੀ ਆਹ ਫਲਾਣਾ ਬੰਦਾ ਮੇਰੇ ਨਾਂ ਤੇ ਫਰੋਤੀ ਲੈਣ ਲੱਗ ਗਿਆ ਸੀ। ਸੋ ਸਾਨੂੰ ਇਹ ਸਮਝਣਾ ਪਊਗਾ ਜਿਹਨੂੰ ਇਹ ਯੂਥ ਲੀਡਰਸ਼ਿਪ ਕਹਿੰਦੇ ਨੇ ਉਹ ਕੌਣ ਹੈ? ਉਹ ਨੇ ਵੀ ਇੱਕ ਬੰਦੇ ਦੀ ਕੁੜੀ ਦਾ ਵਿਆਹ ਹੈ, ਗੁਆਂਢੀ ਕੋਈ ਆ ਕੇ ਉਹਦੀ ਮਦਦ ਕਰਦਾ ਹੈ। ਉਹ ਕਹਿੰਦਾ ਮਿਲਣੀ ਕਿਹਨੂੰ ਦੇਣੀ ਹੈ? ਮੈਨੂੰ ਪੁੱਛ ਕੇ ਦੇਈ। ਆਨੰਦ ਕਾਰਜ ਕੀ ਤੋਂ ਕਰਾਉਣੇ ਨੇ? ਗ੍ਰੰਥੀ ਤੋਂ। ਮੈਨੂੰ ਪੁੱਛ ਕੇ ਦੇਈ, ਮੈਨੂੰ ਵਿੱਚ ਪਾ ਤੂੰ ਫੈਸਲਾ ਹੁੰਦੇ। ਉਹ ਗੁਆਂਢੀ ਕੀ ਲੱਗਦਾ ਬਈ ਹੁਣ ਮਦਦ ਕਰਨੀ ਹੈ ਕਰੇ, ਨਹੀਂ ਕਰਨੀ ਨਾ ਕਰੇ। ਉਹ ਚੌਧਰੀ ਬਣਨਾ ਚਾਹੁੰਦਾ ਅਸਲ 'ਚ। ਮੈਨੂੰ ਇਹ ਦੱਸੋ ਵੀ ਜਿਹੜਾ ਅੰਦੋਲਨ ਹੈ ਕਿਸਾਨੀ ਦਾ ਕਿ ਇਹ ਇਹਨਾਂ ਦਾ ਇਹ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਦਾ ਅੰਦੋਲਨ ਕਿਹਦਾ? ਸ਼ੁਰੂ ਕਿਹਨੇ ਕਰਿਆ? ਲੱਖੇ ਸਿਧਾਣੇ ਨੇ ਅੰਦੋਲਨ ਸ਼ੁਰੂ ਕਰਿਆ। ਬਿਨਾਂ ਦੇ ਉੱਤੇ ਐਂ ਕਰੋ, ਹੋਰ ਗੱਲ ਛੱਡੋ ਤੁਸੀਂ, ਬਿਨਾਂ ਦੇ ਉੱਤੇ ਸਭ ਤੋਂ ਪਹਿਲਾਂ ਜਿਹੜਾ ਅੰਦੋਲਨ ਸ਼ੁਰੂ ਹੋਇਆ ਉਹ ਕਿਹਨੇ ਕਰਿਆ? ਕਿਹਨੇ ਕਰਿਆ? ਤੁਸੀਂ ਇਹ ਕੱਢ ਲਓ। ਇਹ ਕਿਸਾਨ ਜਥੇਬੰਦੀਆਂ ਨੇ ਕਰਿਆ। ਕਿਸਾਨ ਜਥੇਬੰਦੀਆਂ ਉਹਨੇ 2 ਮਹੀਨੇ ਲਾਏ, ਲੋਕਾਂ ਨੂੰ ਇਕੱਠੇ ਕਰਿਆ। ਉਹਨਾਂ ਦੀਆਂ ਆਰਗੇਨਾਈਜੇਸ਼ਨਾਂ ਨੇ, ਉਹ ਪਿੰਡ ਪਿੰਡ ਬੈਠੀਆਂ ਨੇ। ਆ ਹੁਣ ਫਿਰ ਭੱਜ ਕਿਉਂ ਗਏ ਸੀ? ਟਕੈਤ ਸਾਹਿਬ ਕਿਉਂ ਕਾਮਯਾਬ ਹੋਏ? ਕਿਉਂਕਿ ਆਰਗੇਨਾਈਜੇਸ਼ਨ ਪਿੱਛੇ ਖੜੀ ਹੈ। ਜੇ ਲੱਖੇ ਸਾਹਿਬ, ਮੈਂ ਹੁਣ ਹੋਰ ਤੁਹਾਨੂੰ ਦੱਸ ਦਿੰਦਾ, ਜੇ ਸਰਕਾਰ ਨਾ ਮਦਦ ਕਰਦੀ ਹੋਵੇ, ਇਹ ਤਾਂ 1 ਘੰਟੇ 'ਚ ਨਿਕਲ ਕੇ ਦਿਖਾਉਣ। ਇਹਨਾਂ ਨੇ 2 ਕੰਮ ਕਰੇ ਸੀ ਆਪਦੀ ਮਰਜ਼ੀ ਨਾਲ। ਇਹ ਐਂ ਨਹੀਂ ਹੈ ਮੱਛੀ ਸਮੁੰਦਰ ਦਾ ਕਿਨਾਰਾ ਚੱਟ ਕੇ ਮੁੜੇ ਅਜੇ ਵੀ ਨਹੀਂ, ਕਿਉਂਕਿ ਇਹਨਾਂ ਤਾਂ ਲੀਡਰ ਹੀ ਕੱਢਣੀ ਹੈ। ਪਹਿਲਾਂ ਇਹਨਾਂ ਨੇ ਆਖਿਆ ਚੰਗਾ ਤੁਸੀਂ ਸਾਨੂੰ ਵਿੱਚ ਨਹੀਂ ਪਾਉਂਦੇ ਨੈਗੋਸੀਏਸ਼ਨ ਦੇ, ਅਸੀਂ ਤਾਂ ਆਪਦੀ ਸਟੇਜ ਵੱਖਰੀ ਲਾਵਾਂਗੇ। ਇਹ ਲਾਉਣ ਚਲੇ ਗਏ। 2 ਦਿਨ ਇਹਨਾਂ ਨੇ ਜ਼ੋਰ ਵਾਲੇ ਸਟੇਜ ਨਹੀਂ ਲਾ ਸਕੇ ਉੱਥੇ। ਜੇ ਨਹੀਂ ਹਿੰਮਤ ਲਾ ਲੈਂਦੇ, ਜੇ ਇਹਨਾਂ ਕੋਲ ਯੂਥ ਹੈ ਫਿਰ ਚਲੀ ਜਾਂਦੀ, ਉਹ ਕੋਈ ਰੋਕਦਾ? ਦੂਜੀ ਗੱਲ, ਇਹਨੇ ਉੱਥੋਂ ਰਾਜਸਥਾਨ 'ਚੋਂ ਬੰਦੇ ਉੱਥੋਂ ਗਰਮ ਕਰਕੇ ਜਿਹੜੇ ਅਨਆਰਗੇਨਾਈਜ਼ਡ ਸੀ ਉਹ ਲਿਆਂਦੇ। ਬਾਕੀ ਤਾਂ ਬੈਠੇ ਸੀਗੇ ਉੱਥੇ ਪੁਲ ਤੇ ਫਸੇ ਹੋਏ ਨੇ, ਉਹਨਾਂ ਨੂੰ ਤਾਂ ਕੱਢ ਕੇ ਨਹੀਂ ਲਿਆ। ਫਿਰ ਕੱਢ ਲਿਆਉਂਦਾ ਪੁਲਿਸ ਨੂੰ ਉੱਤੇ ਪਾਸੇ, ਫਿਰ ਦੁਬਾਰਾ ਕੱਢਣ ਦਾ ਬਹਾਨਾ ਕਰਕੇ ਗਿਆ। ਸੱਚੀ ਮੁੱਚੀ ਗਏ ਤਾਂ ਨਹੀਂ ਮੈਂ ਕਹਾਂਗਾ, ਉਹ ਪੁਲਿਸ ਹੀ ਉਲਟੇ ਪਾਸੇ ਲੱਗੀ। ਜਿਹੜੇ ਲੀਡਰ ਨੂੰ ਪੁਲਿਸ ਹੀ ਘੁਮਾ ਕੇ ਲੱਗੀ, ਕਿੰਨਾ ਕੁ ਹੈ। ਫਿਰ ਇਸ ਤੋਂ ਅੱਗੇ ਤੀਜੀ ਗੱਲ ਇਹ ਹੈ ਵੀ ਇਹ ਉੱਥੇ ਲੈ ਕੇ ਗਏ। ਇਹ ਪੂਰੇ ਇਸ ਗੱਲ ਦੇ ਝੰਡਾ ਬਰਦਾਰ ਸੀ ਵੀ ਉੱਥੇ ਜਾਣਾ ਚਾਹੀਦਾ। ਫਿਰ ਹੁਣ 200 ਲੀਡਰ ਦੇ ਵਾਸਤੇ ਆ ਕੇ, ਇਹ ਤਾਂ ਅਜੇ ਅੰਦਰ ਤਾਂ ਨਹੀਂ ਨਾ ਇਹ ਕੇਸ ਹੀ ਬਣੇ ਹੋਏ ਨੇ। ਕੇਸ ਤਾਂ ਕਿਸਾਨੀ ਬਾਕੀ ਲੀਡਰਾਂ ਤੇ ਵੀ ਬਣੇ ਹੋਏ ਨੇ ਜਿਹਨਾਂ ਦਾ ਕਸੂਰ ਵੀ ਕੋਈ ਨਹੀਂ। ਕੇਸ ਬਣੇ ਤੋਂ ਇਹ ਲੁਕਦੇ ਕਿਉਂ ਫਿਰਦੇ ਨੇ? ਜਾਣ ਫਿਰ ਇਹ ਜਾ ਕੇ ਉੱਥੋਂ ਕਢਾਉਣ, ਇਹ ਵਕੀਲਾਂ ਨੂੰ ਮਿਲਣ ਵੀ ਭਾਈ ਇਹਨਾਂ ਦੇ ਕਿਸੇ ਤੋਂ ਗਏ ਨੇ ਨਾ। ਇੰਨੀ ਕੁ ਤਾਂ ਬੰਦੇ ਨੂੰ ਜ਼ਿੰਮੇਵਾਰੀ ਹੁੰਦੀ ਹੈ ਨਾ ਕਿ ਯਾਰ ਮੇਰੇ ਕਰਕੇ ਇਹਦਾ ਨੁਕਸਾਨ ਹੋਇਆ, ਹੁਣ ਇਹਨੂੰ ਤਾਂ ਬਚਾਓ। ਮੈਂ ਤੁਹਾਨੂੰ ਤਾਂ ਦੱਸਦਾ ਸੁਖਿੰਦਰ ਜੀ, ਮੈਂ ਐਵੇਂ ਨਹੀਂ ਕਹਿੰਦਾ। ਮੈਂ ਟ੍ਰੇਡ ਯੂਨੀਅਨ ਲੀਡਰ ਰਿਹਾ ਸਾਰੀ ਉਮਰ, ਔਰ ਮੈਂ ਹਮੇਸ਼ਾ ਸਰਕਾਰ ਨਾਲ ਇਹ ਲਿਆ ਵੀ ਮੈਂ ਹੜਤਾਲ ਦੀ ਕਾਲ ਦਿੱਤੀ ਸੀ। ਜੇ ਕਿਸੇ ਨੂੰ ਸਜ਼ਾ ਦੇਣੀ ਹੈ, ਤਨਖਾਹ ਕੱਟਣੀ ਹੈ, ਡਿਸਮਿਸ ਕਰਨਾ ਹੈ, ਚਾਰਜਸ਼ੀਟ, ਜਿਵੇਂ ਇਹਨਾਂ ਨੂੰ ਸ਼ੋਅ ਕਾਜ਼ ਨੋਟਿਸ ਕਹਿੰਦੇ ਸਾਡੇ ਵੀ ਸਰਕਾਰੀ 'ਚ ਵੀ ਸ਼ੋਅ ਕਾਜ਼ ਨੋਟਿਸ ਦੇਣਾ, ਕੇਸ ਦਰਜ ਕਰਨਾ ਹੈ, ਮੇਰੇ ਤੇ ਕਰੋ ਕਿਉਂਕਿ ਕਾਲ ਮੈਂ ਦਿੱਤੀ ਸੀ। ਮੇਰੇ ਕਹੇ ਤੋਂ ਗਏ ਨੇ ਇਹ। ਇਹਨਾਂ ਤੋਂ ਕਹਾਓ ਵੀ ਕਿਸੇ ਤੇ ਕੇਸ ਨਾ ਦਰਜ ਕਰੋ, ਕਿਸੇ ਕਿਸਾਨੀ ਕਿਉਂਕਿ ਉਹ ਤਾਂ ਇਹ ਕਰਨ ਨੂੰ ਤਿਆਰ ਹੀ ਨਹੀਂ ਸੀਗੇ ਵੀ ਸਾਡੇ ਤੇ ਕੇਸ ਦਰਜ ਕਰੋ ਚਾਹੇ ਸਾਨੂੰ ਫਾਂਸੀ ਲਾਓ। ਕਹਾਓਗੇ ਵੀ ਅਸੀਂ ਆ ਖੜਿਆ। ਇਹ ਸੁਖਵਿੰਦਰ ਜੀ ਅੱਗ ਲਾਉਣੀ ਬੜੀ ਸੌਖੀ ਹੈ। ਦੂਜੀ ਗੱਲ ਮੈਂ ਹੋਰ ਕਹਿਣਾ, ਇਹਨੂੰ ਗਾਂਧੀਗਿਰੀ ਤੇ ਭਗਤ ਸਿੰਘ ਦੀ ਗੱਲ ਛੱਡੋ, ਕਿਉਂਕਿ ਉਹ ਤਾਂ ਦੋਨੀ ਸੋਚਾਂ ਅਲਟੀਮੇਟਲੀ ਇਹ ਦੋਨੀ ਚੱਲਦੀਆਂ ਨੇ। ਪਰ ਭਗਤ ਸਿੰਘ ਦੀ ਸੋਚ ਦਾ ਮਤਲਬ ਇਹ ਨਹੀਂ ਵਾਇਲੈਂਸ ਕਰਨੀ ਹੈ, ਗਾਂਧੀਗਿਰੀ ਦਾ ਮਤਲਬ ਨਹੀਂ ਹੈ ਉਹੀ ਕੁੱਟ ਕਹਾਈ ਜਾਣੀ ਹੈ। ਹੁਣ ਇਹ ਮਿਲਵਾ ਕਿਵੇਂ ਹੈ? ਇੱਥੇ ਤਾਂ ਮੈਂ ਆਉਣਾ। ਪਹਿਲਾਂ ਮੇਰਾ ਇੱਕ ਸਵਾਲ ਹੈ
ਵੀ 26 ਜਨਵਰੀ ਤੋਂ ਪਹਿਲਾਂ ਅੰਦੋਲਨ ਕਿਹੜੇ ਲੈਵਲ ਤੇ ਸੀ ਤੇ 26 ਜਨਵਰੀ ਤੋਂ ਬਾਅਦ ਜਿਹੜੀ ਇਹਨਾਂ ਨੇ ਕਹਿਤਾ ਅਸੀਂ ਟੱਕਰ ਹੀ ਲਈ ਹੈ ਨਾ ਇਹਨਾਂ ਨੇ ਆਪਦੇ ਵੱਲੋਂ। 26 ਜਨਵਰੀ ਤੋਂ ਬਾਅਦ ਅੰਦੋਲਨ ਕਿੱਥੇ ਚਲਾ ਗਿਆ ਸੀ, ਇਹ ਤੁਸੀਂ ਦੱਸ ਦਿਓ। ਇਹਦਾ ਫਾਇਦਾ ਕਿਹਨੂੰ ਹੋਇਆ, ਨੁਕਸਾਨ ਕਿਹਨੂੰ ਹੋਇਆ, ਕੋਈ ਦੱਸ ਦੇ ਦੁਨੀਆ 'ਚ। ਠੀਕ ਹੋ ਗਿਆ। ਹੁਣ ਫਿਰ ਇਹ ਕਹਿੰਦੇ ਟੱਕਰ ਲਓ, ਕਿਉਂਕਿ ਜਿਹੜਾ ਮਾੜਾ ਮੋਟਾ ਰਹਿ ਗਿਆ ਉਹ ਵੀ ਜਾਵੇ। ਹੁਣ ਉਹ ਸਿਆਣੇ ਹੋ ਗਏ, ਹੋਰ ਵੀ ਜ਼ਿਆਦਾ ਆਪਦਿਆਂ ਨੂੰ ਪੱਕਾ ਕਰ ਲਿਆ। ਹੁਣ ਇਹ ਗੁੰਡੇ ਲੈ ਕੇ, ਲੋਕਲ ਲੋਕ ਨਹੀਂ ਹੈਗੇ ਉਹ ਜਿਹੜੇ ਕਹਿੰਦੇ ਨਾ ਵੀ ਅਸੀਂ ਖਾਲੀ ਕਰਾਉਣਾ, ਲੋਕਲ ਤਾਂ ਖੁਸ਼ ਨੇ। ਇਹ ਜਿਵੇਂ ਨਕਾਬਪੋਸ਼ ਨੇ, ਉਹ ਸਾਰੇ ਦੇਖ ਲਿਓ ਤੁਸੀਂ ਵੀਡੀਓ, ਜਿਵੇਂ ਇਹਨਾਂ ਨੇ JNU 'ਚ ਕਰਿਆ ਸੀ, ਜਿਵੇਂ ਇਹਨਾਂ ਨੇ ਜਾਮੀਆ ਮਿਲੀਆ 'ਚ ਕਰਿਆ ਸੀ, ਜਿਵੇਂ ਇਹਨਾਂ ਨੇ ਉੱਥੇ ਕਰਿਆ ਸੀ ਆਪਣਾ ਉਹ CNRC ਦਾ, ਸ਼ਹੀਨ ਬਾਗ ਦਾ, ਉਹੀ ਨਾਰੇ ਲਾਉਂਦੇ ਨੇ, ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ। ਇਹਨਾਂ ਦਾ ਭਗਵਾਂ ਝੰਡਾ, ਕਮਲ ਫੁੱਲ ਆੜਾ, ਨੈਸ਼ਨਲ ਫਲੈਗ ਦੇ ਉੱਤੇ ਝੁੱਟਦੇ ਦਿਖਾ ਦਿੰਦੇ ਆ ਤੁਹਾਨੂੰ ਜਿੰਨੇ ਚਾਹੋ। ਇਹਦੇ ਉਲਟ ਇੱਥੇ ਤਾਂ ਨੈਸ਼ਨਲ ਫਲੈਗ ਨੂੰ ਕਿਸੇ ਨੇ ਕੁਝ ਕਿਹਾ ਹੀ ਨਹੀਂ। ਦੂਜਾ, ਇਹ ਸਿੱਖਾਂ ਨੂੰ ਬੱਦੂ ਕਰਨਾ ਚਾਹੁੰਦੇ ਨੇ। ਤੁਹਾਨੂੰ ਤਾਂ, ਤੁਸੀਂ ਤਾਂ ਸਿਆਣੇ ਬੰਦੇ ਹੋ, ਬੱਚੇ ਨੂੰ ਤਾਂ ਨਾ ਪਤਾ ਹੋਵੇ, ਇਹ ਤਿਰੰਗਾ ਝੰਡਾ ਸਾਡਾ ਆਜ਼ਾਦੀ ਤੋਂ ਬਾਅਦ ਮਿਲਿਆ ਸਾਨੂੰ। ਬਿਲਕੁਲ, ਸੰਵਿਧਾਨ ਆਜ਼ਾਦੀ ਤੋਂ ਬਾਅਦ ਮਿਲਿਆ, ਤੇ ਉਹ ਆਜ਼ਾਦੀ 'ਚ ਬਹੁਤ ਵੱਡਾ ਜਿਹੜਾ ਰੋਲ ਸੀ ਉਹ ਉਸੇ ਕੇਸਰੀ ਝੰਡੇ ਦਾ ਸੀ। ਜਿਹੜੇ ਕੇਸਰੀ ਝੰਡੇ ਨੂੰ ਅੱਜ ਇਹ ਕਹਿੰਦੇ ਨੇ ਇੱਥੇ ਲੱਗ ਕਿਉਂ ਗਿਆ, ਕੇਸਰੀ ਝੰਡੇ 'ਚੋਂ ਜਨਮ ਹੋਇਆ ਤਿਰੰਗੇ ਦਾ। ਤਿਰੰਗੇ 'ਚੋਂ ਕੇਸਰੀ ਦਾ ਜਨਮ ਨਹੀਂ ਹੋਇਆ। ਕੇਸਰੀ ਦਾ ਜਨਮ ਸ਼ਹੀਦੀਆਂ 'ਚ ਹੋਇਆ ਹੈ। ਕੇਸਰੀ ਦਾ ਜਨਮ 500 ਸਾਲ ਦੀ ਹਿਸਟਰੀ 'ਚ ਹੋਇਆ ਹੈ। ਕੇਸਰੀ ਦਾ ਜਨਮ ਐ ਨਹੀਂ ਹੋਇਆ, ਕੇਸਰੀ ਸਿਰ ਦੇ ਕੇ ਲਿਆ ਹੋਇਆ ਹੈ, ਤਿਰੰਗਾ ਵੀ ਸਿਰ ਦੇ ਕੇ ਲਿਆ ਹੈ, ਪਰ ਉਹ ਕੇਸਰੀ ਵਾਲਿਆਂ ਨੇ ਸਿਰ ਸਭ ਤੋਂ ਜ਼ਿਆਦਾ ਦਿੱਤੇ ਨੇ। ਮੈਂ ਇਹ ਕਹਿਣਾ, ਇਹਨੂੰ ਆਪਾਂ ਸਮਝੀਏ। ਅਗਲੀ ਗੱਲ, ਬਲਕਿ ਮੈਂ ਤਾਂ ਉਲਟ ਕਹਿਣਾ, ਮੈਂ ਤਾਂ ਇਹ ਕਹਿਣਾ ਵੀ ਇਹਨਾਂ ਨੇ ਕੇਸਰੀ ਨਿਸ਼ਾਨ ਦੀ ਵੀ ਬੇਇੱਜ਼ਤੀ ਕਰੀ ਹੈ। ਨਿਸ਼ਾਨ ਸਾਹਿਬ ਜਿੱਥੇ ਲੱਗਿਆ ਹੋਵੇ ਸੁਖਵਿੰਦਰ ਜੀ, ਉਹਦੀ ਰਾਖੀ ਕਰਨੀ ਹੁੰਦੀ ਹੈ। ਝੰਡੇ ਬੁੰਗੇ ਜੁਗੋ ਜੁਗੋ ਟਲ ਰਹੇ ਹਨ, ਹੋਰ ਝੰਡੇ ਕੀ ਨੇ? ਨਿਸ਼ਾਨ ਸਾਹਿਬ ਦੀ ਬੇਅਦਬੀ ਕਰਾਈ ਹੈ ਇਹਨਾਂ ਨੇ, ਡਾ ਕੇ ਭੱਜ ਗਏ। ਇਹ ਕੋਈ ਇੱਜ਼ਤ ਹੈ? ਜੇ ਤੁਸੀਂ ਲਾਤਾ ਫਿਰ ਖੜੇ ਰਹੋ, ਵੀ ਚਾਹੇ ਸਾਡੇ ਗੋਲੀ ਮਾਰੋ, ਅਸੀਂ ਤਾਂ ਲਾਤਾ। ਜਿੰਨਾ ਚਿਰ ਤੁਸੀਂ ਜਿੰਦੇ ਹੋ ਫਿਰ ਤੁਹਾਡਾ ਨਿਸ਼ਾਨ ਨਹੀਂ ਗਿਰਨਾ ਚਾਹੀਦਾ। ਠੀਕ ਹੈ ਨਾ? ਬਿਲਕੁਲ। ਤੁਸੀਂ ਸਮਾਂ ਦੋਸ਼ੀ ਬਣਾਤਾ ਲਾ ਕੇ। ਮੈਂ ਤਾਂ ਕਹਿਣਾ ਵੀ ਇਹ ਮਿਸਯੂਜ਼ ਆਫ ਰਿਲੀਜਨ ਹੈ। ਇਹ ਰਿਲੀਜਨ ਨੂੰ ਗਾਲ ਕੱਢਣ ਦੇ ਬਰਾਬਰ ਹੀ ਹੈ। ਇਹ ਕਹਿਣਾ ਬੜਾ ਸੌਖਾ। ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਤੁਸੀਂ, ਮੈਂ ਹੁਣ ਕਿਉਂ ਕਹਿਣਾ, ਇਹ ਕਹਿੰਦਾ ਮਿਲੀਟੈਂਸੀ, ਕੇਸਰੀ ਨਿਸ਼ਾਨ ਦੀ ਗੱਲ ਹੀ ਕਰ ਦੇਣਾ। ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਾਂਗਾ 2 ਮਿੰਟ, ਹੈਗੇ ਨਾ? ਜੀ ਜੀ। ਗੁਰੂ ਗੋਬਿੰਦ ਸਿੰਘ ਨੇ ਕਦੀ ਵੀ ਗੱਲਬਾਤ ਨਹੀਂ ਛੱਡੀ। ਤੁਹਾਨੂੰ ਪਤਾ ਵੀ ਕਿੰਨੇ ਜ਼ਫਰਨਾਮਾ ਲਿਖਣ ਤੋਂ ਪਹਿਲਾਂ ਕਿੰਨੇ ਵਾਰੀ ਚਿੱਠੀਆਂ ਆਈਆਂ ਉਹਨਾਂ ਨੂੰ ਔਰੰਗਜ਼ੇਬ ਦੀਆਂ? ਜੀ। ਹਰ ਵਾਰੀ ਜਵਾਬ ਦਿੰਦੇ ਰਹੇ। ਹੁਣ ਮੈਂ ਜ਼ਫਰਨਾਮੇ ਤੋਂ ਬਾਅਦ 'ਚ ਆਊਂ। ਪਹਿਲਾਂ ਅਨੰਦਪੁਰ ਦੇ ਕਿਲ੍ਹੇ ਦੇ ਵਿੱਚ ਔਰੰਗਜ਼ੇਬ ਨੇ ਲਿਖ ਕੇ ਕੁਰਾਨ ਸ਼ਰੀਫ ਤੇ ਕਹਿਤਾ ਵੀ ਤੈਨੂੰ, ਤੁਸੀਂ ਛੱਡ ਦਿਓ, ਅਸੀਂ ਕੁਝ ਨਹੀਂ ਉਹ ਕਰਦੇ। ਉਹਨੇ ਕਿਹੜਾ ਛੱਡਤਾ। ਠੀਕ ਹੈ। ਤੇ ਫਿਰ ਕਿਹੜਾ ਉਹ ਪਿੱਛੇ ਨਹੀਂ ਲੱਗ ਗਿਆ, ਪਰ ਫਿਰ ਕਿਹੜਾ ਔਰੰਗਜ਼ੇਬ ਨਾਲ ਗੱਲ ਕਰਨੋਂ ਬੰਦ ਕਰਤੀ। ਮਹਾਂ ਸਿੰਘ ਹੋਰੀ ਛੱਡ ਕੇ ਚਲੇ ਗਏ। ਠੀਕ ਹੈ। ਜਿਵੇਂ ਇਹ ਵੀ ਚਲੇ ਗਏ, ਪਰ ਮਹਾਂ ਸਿੰਘ ਹੋਰਾਂ ਨੇ ਜਾ ਕੇ ਫਿਰ ਉੱਥੇ ਲੜਾਈ ਲੜੀ ਹੈ, ਸ਼ਹੀਦੀ ਪ੍ਰਾਪਤ ਕਰੀ ਹੈ, ਤਾਂ ਉਹ ਬੇਦਾਵਾ ਪਾੜਿਆ। ਗੁਰੂ ਗੋਬਿੰਦ ਸਿੰਘ ਨੇ ਤਾਂ ਉਹਨਾਂ ਨੂੰ ਨਾ ਜਾ ਕੇ, ਉਹਨਾਂ ਨੇ ਆਖਿਆ ਵੀ ਗੁਰੂ ਜੀ ਹੁਣ ਮਾਫ਼ ਕਰ ਦਿਓ, ਬਸ ਆਹੀ ਮੇਰੀ ਇੱਛਾ। ਉਹ ਕਹਿੰਦੇ ਠੀਕ ਹੈ, ਕਰਿਆ ਆ ਫੜਤਾ। ਉਹ ਸ਼ਹੀਦੀ ਦੇ ਕੇ, ਕਿਉਂਕਿ ਉਹ ਗਲਤੀ ਸੀ ਉਹਨਾਂ ਦੀ। ਇਹ ਗਲਤੀ ਬਣੀ, ਇਹ ਤਾਂ ਕਹਿੰਦੇ ਅਸੀਂ ਠੀਕ ਕਰਿਆ। ਜਿਹੜੇ ਬੰਦਿਆਂ ਨੇ ਠੀਕ ਕਰਿਆ ਫਿਰ ਲੜੀ ਜਾਣ। ਸਟੇਟ ਨਾਲ ਲੜਨੋਂ ਇਹਨਾਂ ਨੂੰ ਕੋਈ ਨਹੀਂ ਰੋਕਦਾ। ਇਹ ਲੜਨ, ਇਹ ਖਾਲਿਸਤਾਨ ਬਣਾਉਣ, ਜੋ ਮਰਜ਼ੀ ਕਰਨ, ਪਰ ਕਿਸਾਨ ਜਥੇਬੰਦੀਆਂ ਦਾ ਕਿਉਂ ਖਰਾਬ ਕਰਦੇ ਨੇ? ਵਿਆਹ 'ਚ ਵੀ ਦਾ ਲੇਖਾ ਕਿਉਂ ਪਾਉਂਦੇ ਨੇ? ਹੈ, ਉਹ ਕਹਿੰਦੇ ਸਾਰੀ ਜਨ ਉਹ ਕਪੱਤੀ ਹੋ ਗਈ ਤੇ ਇਹੀ ਸਿਆਣੇ ਹੋ ਗਏ ਸਾਰੇ। ਇਹ ਗੱਲ ਗਲਤ ਹੈ। ਹੁਣ ਅੱਗੇ ਜਿਹੜਾ ਸਰਕਾਰ ਚਾਹੁੰਦੀ ਹੈ ਕਿ ਫੇਰ ਗੱਲਬਾਤ ਹੋਵੇ, ਕਿਸਾਨ ਵੀ ਚਾਹੁੰਦੇ ਨੇ ਕਿ ਗੱਲਬਾਤ ਹੋਵੇ, ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਤੁਸੀਂ ਕੀ ਮੰਨਦੇ ਹੋ ਕਿ ਗੱਲਬਾਤ ਦਾ ਹੁਣ ਏਜੰਡਾ ਕਿਸ ਤਰੀਕੇ ਨਾਲ ਉੱਥੇ ਰੱਖਿਆ ਜਾਣਾ ਚਾਹੀਦਾ? ਸਰਕਾਰ ਕਹਿੰਦੀ ਹੈ ਕਿ ਉਸੇ ਪ੍ਰਸਤਾਵ ਤੇ ਆ ਕੇ ਗੱਲਬਾਤ ਕਰੋ ਜਿਹੜਾ ਤੁਹਾਨੂੰ ਦਿੱਤਾ ਆ, ਤੇ ਪ੍ਰਧਾਨ ਮੰਤਰੀ ਸਾਹਿਬ ਆਪ ਇਹ ਗੱਲ ਕਹਿ ਰਹੇ ਨੇ ਕਿ ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕਰਨ ਨੂੰ ਸਰਕਾਰ ਹਮੇਸ਼ਾ ਤਿਆਰ ਹੈ। ਕਿੱਦਾਂ ਦੇਖਦੇ ਹੋ ਇਸ ਸਭ ਨੂੰ ਕਿ ਹੁਣ ਅੱਗੇ ਕਿਵੇਂ ਇਸ ਸਿਚੁਏਸ਼ਨ ਦੇ ਵਿੱਚੋਂ ਨਿਕਲਿਆ ਜਾਵੇ ਤੇ ਕਿਵੇਂ ਨਵੀਆਂ ਜਿਹੜੀਆਂ ਗੱਲਬਾਤ ਦੀਆਂ ਜਿਹੜੀਆਂ ਸਥਿਤੀਆਂ ਉਹ ਪੈਦਾ ਕੀਤੀਆਂ ਜਾਣ? ਇਹ ਆਖਰੀ ਸਵਾਲ। ਇਸ ਸਥਿਤੀ 'ਚੋਂ ਏਦਾਂ ਨਹੀਂ ਨਿਕਲਿਆ ਜਾਣਾ। ਪ੍ਰਧਾਨ ਮੰਤਰੀ ਨੇ ਜੋ ਮਰਜ਼ੀ ਕਿਹਾ, ਪ੍ਰਧਾਨ ਮੰਤਰੀ ਦਾ ਤਾਂ ਕਿਹਾ, ਮੈਨੂੰ ਤਾਂ ਇਹ ਲੱਗਦਾ ਹੈ ਵੀ ਉਹ ਇੱਕ ਦਿਨ ਕੁਝ ਹੋਰ ਕਹਿੰਦੇ ਨੇ। ਅੱਜ ਤੱਕ ਤਾਂ ਉਹ ਬੋਲੀ ਨਹੀਂ ਸੀਗੇ, ਹੁਣ ਬੋਲੇ ਨੇ। ਪਹਿਲੀ ਗੱਲ, ਏਜੰਡਾ ਦਿੱਤੇ ਦਾ ਕੀ ਮਤਲਬ ਹੈ ਉਹਦੇ 'ਚ? ਏਜੰਡਾ ਤਾਂ ਇਹਨਾਂ ਨੇ ਦਿੱਤਾ ਹੋਇਆ ਵੀ ਕਾਨੂੰਨ ਵਾਪਸ ਲਓ, ਇਲੀਗਲ ਨੇ, ਪਾਵਰ ਨਹੀਂ ਹੈ। ਉਹ ਤਾਂ ਪ੍ਰਧਾਨ ਮੰਤਰੀ ਇਹ ਕਹਿੰਦੇ ਨੇ ਵੀ ਆਹ ਬਦਲਾਅ ਜਿਹੜੇ ਤੁਸੀਂ ਚਾਹੁੰਦੇ ਹੋ ਅਸੀਂ ਕਰ ਦਿੰਦੇ ਹਾਂ, ਉਹੀ ਪ੍ਰਚਾਰ ਹੈ। ਉਹ ਜੇ ਬਦਲਾਅ ਹੀ ਕਰਾਉਣੇ ਸੀ, ਬਦਲਾਅ ਤਾਂ ਅੱਜ ਤੋਂ 2 ਮਹੀਨੇ ਪਹਿਲਾਂ ਹੋ ਜਾਂਦੇ ਸੀ। ਫਿਰ ਤਾਂ ਇੰਨੀਆਂ 150 ਬੰਦਾ ਸ਼ਹੀਦ ਹੋ ਗਿਆ। ਜੇ ਉਹ ਇੰਨੇ ਸਿੰਸੀਅਰ ਨੇ ਤੇ ਇੱਕ ਦਿਨ ਵੀ ਉਹਨਾਂ ਨੇ ਵਿਅਕਤ ਕਰਿਆ ਵੀ ਯਾਰ, ਦੁੱਖ ਹੀ ਵਿਅਕਤ ਕਰਤਾ ਹੁੰਦਾ ਵੀ 150 ਬੰਦਾ ਸ਼ਹੀਦ ਹੋ ਗਿਆ। ਸੋ ਆਪਾਂ ਇਹ ਗੱਲ ਨਾ ਸਮਝੀਏ, ਜੇ ਬਿੱਲ ਵਾਪਸ ਨਹੀਂ ਹੁੰਦੇ, ਇਹਦੇ ਵਿੱਚ ਜਿਹੜੇ ਲੋਕਾਂ ਨੂੰ ਅਜੇ ਸਮਝ ਨਹੀਂ ਆ ਰਹੀ। ਅੱਜ ਹੀ ਅਸੀਂ ਵੀ ਵਰਤ ਰੱਖ ਕੇ ਆਏ ਹਾਂ ਉੱਥੇ 17 ਸੈਕਟਰ 'ਚ, ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ।
ਇਹ ਉੱਥੇ ਇੱਕ ਵਕੀਲ ਨੇ ਬੜਾ ਸੋਹਣਾ ਐਕਸਪਲੇਨ ਕਰਿਆ ਕਿ ਸਭ ਤੋਂ ਵੱਡਾ ਕੰਮ ਤਾਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ, ਜਿਹੜਾ 1.5 ਪੇਜ ਦਾ ਸਾਰੇ। ਉਹਦੇ ਵਿੱਚ ਹਰ ਸਾਲ 100% ਭਾਅ ਵਧਾਈ ਜਾਓ। ਜਿਹੜੀ ਚੀਜ਼ ਅੱਜ 20 ਰੁਪਏ ਦੀ ਮਿਲਦੀ ਹੈ 3 ਸਾਲਾਂ 'ਚ 100 ਰੁਪਏ ਦੀ ਹੋ ਜਾਣੀ ਹੈ। ਜੇ 3 ਸਾਲਾਂ ਜਿਹੜੀ ਚੀਜ਼ 100 ਰੁਪਏ ਦੀ ਹੋਗੀ, ਤੁਸੀਂ ਖਾਓਗੇ ਕਿੱਥੋਂ? ਔਰ ਉਹ ਸਾਰੀ ਆਟਾ, ਦਾਲ, ਰੋਟੀਆਂ, ਤੇਲ, ਹੈ ਜੀ, ਚੌਲ, ਲੋਕਾਂ ਨੂੰ ਰੋਟੀ ਨਹੀਂ ਮਿਲਣੀ। ਇਹ ਬਿੱਲ, ਅੱਛਾ ਉਹਨਾਂ ਦੇ ਕੋਲ ਪਾਵਰ ਵੀ ਨਹੀਂ ਉਹਨੂੰ ਬਣਾਉਣ ਦੀ। ਫਿਰ ਜੇ ਤੁਸੀਂ ਕਿਸੇ ਬੰਦੇ ਨੇ ਧੱਕੇ ਨਾਲ ਕਬਜ਼ਾ ਕਰ ਲਿਆ ਤੁਹਾਡੇ, ਉਹਨੂੰ ਤੁਸੀਂ ਕਹੋ, ਉਹ ਕਹੇ ਵੀ ਉਹ ਹੋਵੇ ਤਾਕਤਵਰ, ਉਹ ਕਹੇ ਜੇ ਮੇਰੇ ਨਾਲ ਸਮਝੌਤਾ ਕਰੋ, ਹੋਵੇ ਤਾਕਤਵਰ, ਤੁਸੀਂ ਲੜਾਈ ਕਿਉਂ ਤੁਸੀਂ ਹਾਰ ਸਕਦੇ ਹੋ। ਮੈਂ ਇਹ ਕਹਿਣਾ, ਮੇਰੀ ਆਪਦੀ ਸਮਝ ਇਹ ਹੈ, ਇਸ ਦੇ ਵਿੱਚ ਗੱਲਬਾਤ ਤੋਂ ਕੋਈ ਨਹੀਂ ਭੱਜਣਾ ਚਾਹੀਦਾ, ਇਹ 'ਚ ਕੋਈ ਸ਼ੱਕ ਨਹੀਂ। ਵੈਸੇ ਤਾਂ ਪਹਿਲਾਂ ਵੀ ਸਰਕਾਰ ਨੇ ਬੇਈਮਾਨੀ ਕਰੀ ਹੈ, ਇਹਨਾਂ ਨੂੰ ਗੱਲਬਾਤ 'ਚ ਲਾਈ ਰੱਖਿਆ, ਆਪ ਉੱਥੇ ਗਲਤ ਕਾਰਵਾਈਆਂ ਕਰਕੇ ਆਪਦੀ ਉਹ ਦੂਜੇ ਤੋੜ ਭੰਨ ਵਾਲੇ ਤਿਆਰ ਕਰਦੇ ਰਹੇ ਉਹਨਾਂ ਦਿਨਾਂ 'ਚ ਹੀ। 18 ਤਰੀਕ ਨੂੰ ਵੀ ਜਦ ਉਹਨਾਂ ਦਾ ਹੈਗਾ, 22 ਤਰੀਕ ਨੂੰ ਵੀ ਮੀਟਿੰਗ ਕਰਦੇ ਰਹੇ ਪੁਲਿਸ ਨਾਲ। ਇਹ ਗੱਲਬਾਤ 'ਚ ਲਾ ਕੇ, ਇਹ ਤਰੀਕਾ ਤੌਰ ਤਰੀਕ ਕੂਟਨੀਤੀ ਹੁੰਦੀ ਹੈ, ਉਹਨਾਂ ਨੂੰ ਗੱਲਬਾਤ 'ਚ ਲਾਓ ਤੇ ਨਾਲੇ ਉਹਨਾਂ ਨੂੰ ਲਿਆ ਕੇ ਰੱਖੋ, ਆਪਦੀ ਤੁਹਾਡੇ ਤਿਆਰੀ ਕਰੀ ਜਾਓ। ਹੁਣ ਵੀ ਇਹ ਇੱਕ ਤਾਂ ਇਹ ਕਰ ਸਕਦੇ ਨੇ ਵੀ ਆਪਾਂ ਗੱਲਬਾਤ ਚਲਾਓ, ਉੱਧਰ ਉਹਨਾਂ ਤੇ ਹਮਲੇ ਕਰਾਓ। ਇਹ ਹਮਲੇ ਕਰਾ ਰਹੇ ਨੇ, ਜੇ ਸਿੰਸੀਅਰ ਨੇ ਫਿਰ ਹਮਲੇ ਕਿਉਂ ਕਰਾ ਰਹੇ ਨੇ ਬਈ? ਪਾਣੀ ਕਿਉਂ ਕੱਟਿਆ ਬਈ? ਨੈਟ ਕਿਉਂ ਕੱਟਿਆ ਬਈ? ਟੈਲੀਫੋਨ ਕਿਉਂ ਕੱਟਿਆ ਬਈ? ਇਹਨਾਂ ਦੇ ਕੇਸ ਕਿਉਂ ਰਜਿਸਟਰ ਕਰ ਰਹੇ ਨੇ? ਚਲੋ ਕਰਤੇ ਰਜਿਸਟਰ, ਰੋਜ਼ ਸੁਣਾਇਆ ਕਿਉਂ ਰਹੇ ਨੇ ਵੀ ਚਲੋ ਕੋਈ ਨਹੀਂ ਯਾਰ ਦੇਖ ਲਾਂਗੇ ਬਾਅਦ 'ਚ, ਜੇ ਰਜਿਸਟਰ ਕਰ ਲਏ ਕੇਸ ਉਹ ਇਕੱਠੇ ਹੀ ਫੈਸਲਾ ਕਰ ਦਾਂਗੇ, ਜਿੱਥੇ ਕੱਟੀਆਂ ਦਾ ਲੇਖਾ ਉੱਥੇ ਬੱਚੀਆਂ ਦਾ ਲੇਖਾ। ਕਿ ਇਹ ਕਿਉਂ ਕਰ ਰਹੇ ਨੇ? ਇਹ ਇਸ ਕਰਕੇ ਕਰ ਰਹੇ ਨੇ ਕਿ ਇਹਨਾਂ ਨੂੰ ਹੈ, ਜੇ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਬਿੱਲ ਵਾਪਸ ਹੁੰਦੇ ਨੇ ਤਾਂ ਕਿਸਾਨੀ ਦੀ ਜਿੱਤ ਹੈ। ਜਿੱਤਣੀ ਮਤਲਬ ਕਿਸਾਨੀ ਦੀ ਉਹ ਰਹੇਗੀ, ਜਿੱਤਣੀ ਇਹ ਹੈ ਵੀ ਚਲੋ ਕੋਈ ਨਹੀਂ ਭਾਈ, ਅਸੀਂ ਬਿੱਲ ਵਾਪਸ ਕਰਾਉਣ ਗਏ ਸੀ, ਸਾਡਾ ਪੂਰਾ ਹੋ ਗਿਆ। ਜਿਹੜੀ ਸਾਡੀ ਅਗਲੀ ਲੁੱਟ ਸੀ ਉਹ ਬੰਦ ਕਰੀ ਹੈ, ਜ਼ਮੀਨ ਬਚਾਈ ਹੈ। ਜੋ ਬਿੱਲ ਵੀ ਵਾਪਸ ਨਹੀਂ ਹੁੰਦੇ, ਕਹਿੰਦੇ ਬੱਕਰੀ ਦੀ ਮਾਂ ਕਰ ਖੈਰ ਬਣਾਊ। ਜਿੱਥੇ ਹੁਣ 3 ਸਾਲ 'ਚ ਜ਼ਮੀਨ ਕੁਰਕੋਣੀ ਹੈ, ਫਿਰ 5 ਸਾਲ 'ਚ ਹੋ ਜੂਗੀ। ਫਿਰ ਇਹਨਾਂ ਨੇ ਕੀ ਖੱਟਿਆ ਇਹਨਾਂ ਅੰਦੋਲਨ 'ਚੋਂ? ਇੰਨਾ ਕੁਛ ਕਰਾ ਕੇ ਐਡੇ ਵੱਡੇ ਅੰਦੋਲਨ 'ਚੋਂ ਤਾਂ ਕੁਝ ਨਾ ਨਿਕਲਿਆ। ਸੋ ਮੇਰੀ ਸਮਝ ਇਹ ਹੈ, ਬਾਕੀ ਤਾਂ ਉਹਨਾਂ ਨੇ ਕਰਨਾ। 2-3 ਗੱਲਾਂ ਨੇ, ਇੱਕ ਤਾਂ ਉਹਨਾਂ ਨੇ ਕਰ ਵੀ ਲਈ, ਮੈਂ ਪਿੱਛੇ ਕਹਿ ਰਿਹਾ ਸੀ, ਉਹਨਾਂ ਨੇ ਉਦੋਂ ਮੇਰੇ ਨਾਲ ਬੈਟਰ ਤਰੀਕੇ ਨਾਲ ਕਰ ਲਈ। ਮੈਂ ਵੀ ਜਿਹੜੇ ਗੁੰਡੇ ਆਉਂਦੇ ਨੇ, ਪੁਲਿਸ ਉਹਨਾਂ ਨੂੰ ਲੈ ਕੇ ਆਉਂਦੀ ਹੈ ਕੁੱਟਣ ਵਾਸਤੇ ਇਹਨਾਂ ਨੂੰ, ਉਹ ਚਾਹੁੰਦੀ ਹੈ ਵੀ ਇੱਥੇ ਅਸ਼ਾਂਤੀ ਹੋਵੇ। ਉਹਦੇ ਵਿੱਚ ਉਹਨਾਂ ਦੇ ਬੰਦੇ ਅੰਦਰ ਵੀ ਹੈਗੇ ਨੇ। ਜਿਵੇਂ ਹੁਣ ਜਿਹੜਾ ਅਕਾਲ ਤਖਤ ਬਣਾਇਆ ਸੀ, ਜਦ ਫੌਜਾਂ ਨੇ ਅਕਾਲ ਤਖਤ ਢਾਹਤਾ ਸੀ, ਤੁਹਾਨੂੰ ਯਾਦ ਹੈ ਨਾ ਵੀ ਉਹ ਕਿਹਨੇ ਬਣਾਇਆ ਸੀ? ਸੰਤਾ ਸਿੰਘ ਨਿੰਗ ਨੇ, ਬਾਬਾ ਸੰਤਾ ਸਿੰਘ ਨਿੰਗ ਨੇ 96 ਕਰੋੜੀ ਨੇ। ਪਰ ਸਿੱਖਾਂ ਨੇ ਆਖਿਆ ਵੀ ਨਾ, ਸਾਨੂੰ ਇਹ ਮਨਜ਼ੂਰ ਨਹੀਂ, ਢਾਹ ਕੇ ਆਪਦਾ ਬਣਾਇਆ, ਤਾਂ ਹੀ ਅਣਖਰੇਂਦੀ ਹੁੰਦੀ ਹੈ। ਤੇ ਹੁਣ ਉਹਨਾਂ ਦੇ ਨਿੰਗਾਂ ਦੇ ਬੰਦੇ ਵੀ ਤਾਂ ਉੱਥੇ ਹੈਗੇ ਹੀ ਨੇ ਨਾ। ਸੋ ਉਹ ਕਹਿੰਦੇ ਅਸੀਂ ਤਾਂ ਇੱਥੇ, ਕਹਿੰਦੇ ਅਸੀਂ ਤਲਵਾਰ ਚਲਾ ਦੇਣੀ ਹੈ। ਜਿੱਦਾਂ ਉੱਥੇ ਉਹਨਾਂ ਤੇ ਹੋ ਗਈ, ਇਹਨਾਂ ਤਾਂ ਇਹੀ ਦਿਖਾਉਣਾ ਵੀ ਦੇਖੋ ਜੀ ਸਿੱਖ ਤਾਂ ਵਾਇਲੈਂਟ ਹੋ ਗਏ। ਇਹ ਚਾਹੁੰਦੇ ਨੇ ਵਾਇਲੈਂਟ ਦਿਖਾ ਕੇ ਸਾਰੇ ਅੰਦੋਲਨ ਨੂੰ ਬੱਦੂ ਕਰਨਾ। ਦੂਜਾ ਇਹ ਸਮਝ ਲੈਣਾ ਚਾਹੀਦਾ ਹੈ, ਇੱਕ ਪਾਸੇ ਦੀਪ ਸਿੱਧੂ ਵਰਗੇ ਪਾਰਟੀ ਬਣਾਉਣਗੇ, ਇੱਕ ਪਾਸੇ ਜਿਹੜੀ ਬੀਜੇਪੀ ਹੋਏਗੀ। ਇਹ ਦੋਨੇ 30-30, 32-32 ਸੀਟਾਂ ਲੈ ਕੇ ਇੱਥੇ ਸਰਕਾਰ ਬਣਾਉਣ ਦੀ ਫਿਰਾਕ 'ਚ ਨੇ, ਬੱਦੂ ਕਰਕੇ ਪੰਜਾਬੀਆਂ ਨੂੰ। ਇਹਨਾਂ ਨੇ ਕਸ਼ਮੀਰ 'ਚ ਨਹੀਂ ਬਣਾਈ ਸੀ, ਉਹਨੇ ਨਾ ਮੁਫਤੀ ਨਾਲ ਸਰਕਾਰ ਸਾਂਝੀ, ਜਿਹਨੂੰ ਕਹਿੰਦੇ ਨੇ ਵੱਖਵਾਦੀ ਹੈਗੀ ਹੈ। ਠੀਕ ਹੈ, ਸੋ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ, ਇਸ ਪੰਜਾਬ ਤੇ ਕਬਜ਼ਾ ਕਰਨ ਦੀ ਤਿਆਰੀ ਹੈ, ਲੋਕਾਂ ਨੂੰ ਮਾਰ ਕੇ ਤਿਆਰੀ ਹੈ। ਇਹ ਸਾਰੇ ਬਹਾਨੇ ਨੇ ਕਿ ਪਰ ਅੰਦੋਲਨ ਸੁਧਰ ਗਿਆ, ਕਿਉਂਕਿ ਟਕੈਤ ਸਾਹਿਬ ਨੇ ਜੋ ਸਟੈਂਡ ਲੈ ਲਿਆ, ਉਹਨੇ ਅੰਦੋਲਨ 'ਚ ਜਾਨ ਪਾਤੀ। ਹੁਣ ਹੌਸਲੇ ਨਾਲ ਲੜਨ ਦੀ ਲੋੜ ਹੈ। ਜਾਂ ਤਾਂ ਬਿੱਲ ਵਾਪਸ ਹੋਣਗੇ ਤੇ ਜਾਂ ਸ਼ਹੀਦੀਆਂ ਹੋਣਗੀਆਂ। ਇਦੋਂ ਬਗਾਰੇ ਵਿੱਚ ਵਿਚਾਲੇ ਹੋ ਨਹੀਂ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਪਹਿਲਾਂ ਹੀ ਬਹੁਤ ਕੁਝ ਲਾ ਚੁੱਕੇ। ਜਿਹੜਾ ਬੰਦਾ ਪਹਿਲਾਂ ਹੀ ਦਾਅ ਤੇ ਲਾ ਚੁੱਕਾ, ਜੇ ਇਹੀ ਕੁਝ ਕਰਨਾ ਹੁੰਦਾ ਫਿਰ ਤਾਂ ਪਹਿਲਾਂ ਹੀ ਕਰ ਲੈਂਦੇ। ਜੇ ਰੋਣਾ ਹੀ ਹੁੰਦਾ, ਜੇ ਹਾਰੇ ਕੱਢ ਕੇ ਕੁਝ ਮੰਗਣਾ ਹੁੰਦਾ, ਫਿਰ ਪਹਿਲਾਂ ਹੀ ਲੈ ਲੈਂਦੇ। ਇਹ ਤਾਂ ਅੱਜ ਤੋਂ 1.5 ਮਹੀਨਾ ਪਹਿਲਾਂ ਦੇ ਰਹੇ ਸੀ ਇਹ ਜਿਹੜੇ ਮਾੜੇ ਮੋਟੇ ਬਦਲਾਅ ਬਦਲੂ ਨੇ। ਸੋ ਕੋਈ ਮਤਲਬ ਨਹੀਂ ਬਦਲਾਵਾਂ ਦਾ, ਨਾ ਬਦਲਾਵਾਂ ਨਾਲ ਸਰਨਾ, ਨਾ ਲੋਕਾਂ ਨੇ ਸੈਟਿਸਫਾਈ ਹੋਣਾ। ਸੋ ਇਸ ਕਰਕੇ ਜਿਹੜੇ ਇਹਨਾਂ ਨੇ ਯੂਥ ਸੋ ਕਾਲਡ ਲਾਈ ਹੋਈ, ਇੱਕ ਲਾਈਨ 'ਚ ਕਹਾਂਗਾ ਆਪਦੀ ਗੱਲ, ਉਹ ਯੂਥ ਇਹਨਾਂ ਦੇ ਵਿੱਚੋਂ ਬਹੁਤੇ ਪਲਾਂਟ ਹੈ ਜਿਹੜੇ ਉਹਨਾਂ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਚੰਗਾ ਇਹ ਹੋ ਗਿਆ, ਜਿਵੇਂ ਕਿ ਉਹ ਫੋੜੇ 'ਚੋਂ ਮਵਾਦ ਨਿਕਲ ਜਾਂਦਾ ਹੈ, ਪਛਾਣ ਆ ਜਾਂਦੀ ਹੈ ਵੀ ਯਾਰ ਆਹ ਜਰਮ ਹੈ। ਉਹ ਪਤਾ ਲੱਗ ਗਿਆ ਵੀ ਆਹ ਬੰਦੇ ਨੇ, ਇਹਨਾਂ ਦੇ ਹੁਣ ਪਿੱਛੇ ਨਾ ਲੱਗੋ। ਬਿਲਕੁਲ ਬਿਲਕੁਲ, ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇ ਦਿੱਤੇ। ਥੈਂਕ ਯੂ ਜੀ। ਸੋ ਸਾਡੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ। ਬੇहद ਕੀਮਤੀ ਵਿਚਾਰ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵਿੱਚ ਇੱਕੋ ਗੱਲ ਲਿਆਂਦੀ ਗਈ ਕਿ ਗਾਂਧੀਗਿਰੀ ਨਾਲ ਨਹੀਂ ਸਰਨਾ, ਇੱਥੇ ਭਗਤ ਸਿੰਘ ਦੀ ਸੋਚ ਦੇ ਉੱਤੇ ਪਹਿਰਾ ਦੇਣਾ ਪੈਣਾ। ਪਰ ਭਗਤ ਸਿੰਘ ਦੀ ਸੋਚ ਕੀ ਸੀ, ਇਨਕਲਾਬ ਕਿੱਦਾਂ ਆਇਆ, ਕਿੱਦਾਂ ਮੁਲਕ ਆਜ਼ਾਦ ਹੋਇਆ, ਉਹ ਵੱਖਰਾ ਮੈਟਰ ਸੀ। ਪਰ ਹੁਣ ਜਿਹੜਾ ਆ ਇਹ ਅੰਦੋਲਨ ਸਰਕਾਰ ਦੇ ਨਾਲ ਰਹਿ ਕੇ, ਵਿੱਚ ਰਹਿ ਕੇ, ਦੇਸ਼ 'ਚ ਰਹਿ ਕੇ, ਕੋਈ ਵੰਡ ਦੀ ਗੱਲ ਨਹੀਂ, ਵਿੱਚ ਰਹਿ ਕੇ ਗੱਲਬਾਤ ਹੋ ਸਕਦੀ ਹੈ। ਗੱਲਬਾਤ ਦੇ ਦੌਰ ਕਈ ਹੋ ਸਕਦੇ ਨੇ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਔਰੰਗਜ਼ੇਬ ਦੇ ਨਾਲ ਗੱਲਬਾਤ ਦੇ ਕਈ ਦੌਰ ਜਿਹੜੇ ਨੇ ਉਹ ਚੱਲਣੇ ਚਾਹੀਦੇ ਨੇ। ਗੱਲਬਾਤ ਦੇ ਦੌਰ ਚੱਲਣਗੇ ਤਾਂ ਹੀ ਇਸ ਮਸਲੇ ਦਾ ਜਿਹੜਾ ਉਹ ਹੱਲ ਨਿਕਲ ਸਕਦਾ। ਹੱਲ ਇਹੀ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ, ਸਰਕਾਰ ਇਸ ਗੱਲ ਨੂੰ ਸਮਝੇ, ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਫੈਸਲਾ ਲਵੇ, ਤਾਂ ਹੀ ਜਿਹੜਾ ਇੱਕ ਸੁਚੱਜਾ ਰਾਜ ਜਿਹੜਾ ਉਹ ਸਾਹਮਣੇ ਆਏਗਾ।
ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਲੋਕ ਰੰਗ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।